ਕੀ ਚੀਜ਼ ਹੈ। ਕਲਾ ਕਦੇ ਕਿਸੇ ਦੀ ਜ਼ੁਬਾਨ ਦੇ ਵਿੱਚੋਂ ਬੋਲਦੀ ਹੈ, ਕਲਾ ਕਦੇ ਕਿਸੇ ਦੀ ਅੱਖ ਦੇ ਵਿੱਚੋਂ ਬੋਲਦੀ ਹੈ, ਕਲਾ ਕਦੇ ਕਿਸੇ ਦੇ ਹੱਥ ਵਿੱਚੋਂ ਬੋਲਦੀ ਹੈ, ਕਲਾ ਕਦੇ ਰੰਗਾਂ ਦੇ ਵਿੱਚੋਂ ਬੋਲਦੀ ਹੈ ਤੇ ਕਲਾ ਕਦੇ ਸ਼ੀਸ਼ੇ ਦੇ ਵਿੱਚੋਂ ਬੋਲਦੀ ਹੈ ਤੇ ਕਲਾ ਕਦੇ ਪੱਥਰਾਂ ਦੇ ਵਿੱਚੋਂ ਬੋਲਦੀ ਹੈ। ਇਹ ਉਹ ਕਲਾ ਜਿਹੜੀ ਕਦੇ ਮਿੱਟੀ ਦੇ ਵਿੱਚੋਂ ਵੀ ਬੋਲਦੀ ਹੈ, ਔਰ ਜਦੋਂ ਮਿੱਟੀ ਦੇ ਵਿੱਚੋਂ ਇਹ ਕਲਾ ਬੋਲਦੀ ਹੈ ਤੇ ਉਸ ਵੇਲੇ ਮੂੰਹ ਚੜ੍ਹ ਕੇ ਬੋਲਦੀ ਹੈ। ਔਰ ਇਸ ਦੀ ਦੇਣ ਹਮੇਸ਼ਾ ਹੀ ਉਸ ਸੱਚੇ ਪਾਤਸ਼ਾਹ, ਉਸ ਪਰਮਾਤਮਾ ਦੀ ਦੇਣ ਹੁੰਦੀ ਹੈ ਕਿ ਜਿਸ ਕਲਾਕਾਰ ਦੇ ਵਿੱਚ ਉਹ ਰੂਹ ਭਰ ਕੇ ਉਸਨੇ ਭੇਜੀ ਹੋਵੇ। ਔਰ ਕਲਾਕਾਰ ਦਾ ਰੁਤਬਾ ਜਿਹੜਾ ਹੈ ਉਹ ਬਹੁਤ ਹੀ ਅਹਿਮ ਰੁਤਬਾ ਹੁੰਦਾ। ਔਰ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ, ਇੱਕ ਉਹ ਸ਼ਖਸੀਅਤ ਜਿਸ ਦਾ ਪਿਛੋਕੜ, ਜਿਸ ਦਾ ਵਿਰਸਾ, ਜਿਸ ਦੀ ਸੱਭਿਅਤਾ, ਜਿਸ ਦਾ ਸਭ ਕੁਝ ਪੰਜਾਬੀ ਹੈ, ਪਰ ਉਸ ਨੇ ਜੋ ਕਲਾ ਦੇ ਨਾਲ ਰੰਗ ਵਖੇਰੇ ਨੇ, ਉਸ ਨੇ ਜੋ ਕਲਾ ਦੇ ਨਾਲ ਤਸਵੀਰਾਂ ਨੂੰ ਬੁਲਾਇਆ ਹੈ, ਉਸ ਨੇ ਜੋ ਕੁਝ ਵੀ ਕੀਤਾ, ਸ਼ਾਇਦ ਮੈਂ ਇਹ ਗੱਲ ਕਹਿ ਦੇਵਾਂ ਕਿ ਮੇਰੇ ਅਲਫਾਜ਼ ਜਾਂ ਮੇਰੇ ਸ਼ਬਦ ਜਿਹੜੇ ਨੇ ਉਹ ਸੱਖਣੇ ਨੇ ਉਸ ਦੀ ਤਾਰੀਫ ਕਰਨ ਤੋਂ ਜਾਂ ਉਸ ਦੇ ਬਾਰੇ ਬਿਆਨਣ ਦੇ ਉੱਤੋਂ। ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਰੰਗ ਬੋਲਦੇ ਨੇ, ਪਰ ਜੇਕਰ ਸ਼ੀਸ਼ਾ ਬੋਲਦਾ ਹੋਵੇ ਤੇ ਸ਼ੀਸ਼ੇ ਦੇ ਭੋਰਾ ਭੋਰਾ ਪੱਥਰ ਇੱਕ ਇਤਿਹਾਸ ਸਿਰਜ ਦੇਣ ਤੇ ਫਿਰ ਉਸ ਨੂੰ ਕੀ ਕਿਹਾ ਜਾ ਸਕਦਾ ਹੈ। ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਮੋਜ਼ੇਕ ਕਲਾ, ਪਰ ਪੰਜਾਬੀਆਂ ਦੇ ਵਿੱਚ ਅਜਿਹਾ ਮਾਣ, ਅਜਿਹਾ ਫਖਰ ਜੇ ਕਿਸੇ ਦੇ ਹਿੱਸੇ ਆਇਆ ਤੇ ਉਹ ਹੈ ਹਰਜੀਤ ਸੰਧੂ। ਹਰਜੀਤ ਸੰਧੂ ਇੱਕ ਉਹ ਸ਼ਖਸੀਅਤ ਹੈ ਜਿਸ ਦਾ ਪਾਲਣ ਪੋਸ਼ਣ ਜਿਹੜਾ ਹੈ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਇਆ, ਔਰ ਪਿੰਡਾਂ ਤੋਂ ਉੱਠ ਕੇ ਚਾਹੇ ਉਹ ਪਗਡੰਡੀਆਂ ਤੋਂ ਹੁੰਦਾ ਹੋਇਆ ਨਿਊਯਾਰਕ ਦੀਆਂ ਬਰੌਡ ਸੜਕਾਂ ਦੇ ਉੱਤੇ ਆ ਪਹੁੰਚਿਆ, ਪਰ ਉਸ ਨੇ ਜੋ ਪਹਿਲੇ ਦਿਨ ਤੋਂ ਉਸ ਦੇ ਹੱਥਾਂ ਨੂੰ ਪਰਮਾਤਮਾ ਨੇ ਕਿਰਤ ਤੇ ਕਲਾ ਬਖਸ਼ ਦਿੱਤੀ, ਉਸ ਨੂੰ ਅੱਜ ਤੱਕ ਨਹੀਂ ਛੱਡਿਆ। ਔਰ ਸਾਡੇ ਸੁਭਾਗ ਨੇ ਕਿ ਅੱਜ ਹਰਜੀਤ ਸੰਧੂ ਸਾਡੇ ਸਟੂਡੀਓ ਦੇ ਵਿੱਚ ਹੈ। ਮੈਂ ਸਰਦਾਰ ਹਰਜੀਤ ਸਿੰਘ ਸੰਧੂ ਹੋਰਾਂ ਨੂੰ ਵੈਲਕਮ ਕਹਿਣਾ। ਸੰਧੂ ਸਾਹਿਬ ਤੁਹਾਨੂੰ ਜੀ ਆਇਆਂ। ਸਤਿ ਸ਼੍ਰੀ ਅਕਾਲ ਰਿਆੜ ਸਾਹਿਬ। ਪਹਿਲਾਂ ਤਾਂ ਮੈਂ ਜਸ ਟੀਵੀ ਦਾ ਬਹੁਤ ਦੇਣਦਾਰ ਹਾਂ ਕਿ ਪਹਿਲਾਂ ਪੈਨੀ ਸੰਧੂ ਜੀ ਨੇ ਮੈਨੂੰ ਕਿਵੇਂ ਲੱਭਿਆ। ਸ਼ੋਅ ਕਰਦੇ ਕਰਦੇ ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ, ਸ਼ੋਅ ਹੋ ਰਿਹਾ ਸੀਗਾ ਸਿੰਗਰਾਂ ਦਾ, ਕਿ ਅੱਜ ਮੈਂ ਤੁਹਾਡੇ ਘਰੇ ਜਾਣਾ। ਮੇਰਾ ਘਰ ਵੀ ਬਿਲਕੁਲ ਨੇੜੇ ਸੀ ਸ਼ੋਅ ਤੋਂ, ਅਤੇ ਉਹ ਆਏ ਵੇਖਣ ਵਾਸਤੇ ਕਿ ਮੈਨੂੰ ਪਤਾ ਲੱਗਾ ਤੁਸੀਂ ਮੂਜ਼ੀਕ 'ਚ ਕੰਮ ਕਰਦੇ ਹੋ। ਔਰ ਜਦੋਂ ਸ਼ੋਅ ਖਤਮ ਹੋਇਆ ਤਾਂ ਉਹ ਮੇਰੇ ਨਾਲ ਤੁਰ ਪਿਆ ਕਿ ਤੁਸੀਂ ਜਾਣਾ ਨਹੀਂ, ਮੈਂ ਤੁਹਾਡੇ ਨਾਲ ਘਰ ਜਾਣਾ। ਕੋਲੇ ਘਰ ਸੀਗਾ, ਆ ਗਏ। ਉਹ ਤਾਂ ਉਹ ਤੋਂ ਉੱਠੇ ਹੀ ਨਹੀਂ ਜਦੋਂ ਕੰਮ ਵੇਖਿਆ। ਬਾਬਾ ਫਰੀਦ ਦਾ ਉਹ ਮੇਰੀ ਸ਼ੁਰੂਆਤ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੀ ਸੀਗੀ ਕਿ ਜਦੋਂ ਮੈਂ ਐਗਜੀਬਿਸ਼ਨ ਕਰਦਾ ਹੁੰਦਾ ਸੀਗਾ ਅਤੇ ਮੈਂ ਫਰੀਦਕੋਟ ਐਗਜੀਬਿਸ਼ਨ ਲਾਈ ਸੀ ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਬਾਬਾ ਫਰੀਦ ਜੀ ਦਾ ਕਿਉਂ ਨਹੀਂ ਬਣਾਇਆ ਫਰੀਦਕੋਟ ਸ਼ਹਿਰ ਦੇ ਵਿੱਚ ਜੀ। ਉਹ ਮੇਰੇ ਦਿਲ ਵਿੱਚ ਉਹ ਤਮੰਨਾ ਰਹੀ, ਪਰ ਮੈਂ ਕਰ ਨਹੀਂ ਸਕਿਆ। ਫਿਰ ਮੈਂ ਜਦੋਂ ਇੱਥੇ ਅਮਰੀਕਾ ਆ ਗਿਆ 83 ਦੇ ਬਾਅਦ 85 ਦੇ ਵਿੱਚ 86 'ਚ ਅਮਰੀਕਾ ਆ ਗਿਆ, ਉਹ ਮੇਰੇ ਅੰਦਰ ਉਹ ਜਿਗਿਆਸਾ ਜੀ ਉਵੇਂ ਚੱਲਦੀ ਰਹੀ ਕਿ ਮੈਂ ਇਹਨੂੰ ਕਰਾਂ ਜੀ। ਮੈਂ ਕਦੀ ਮਿਊਜ਼ਿਕ 'ਚ ਕੰਮ ਨਹੀਂ ਕੀਤਾ ਸੀ। ਮੈਂ ਸਕਲਪਟਰ ਰਿਹਾ ਨਾਰਥ ਇੰਡੀਆ ਦਾ 1983 ਦੇ ਵਿੱਚ, ਅਤੇ ਮੈਨੂੰ ਅਵਾਰਡ ਵੀ ਅੰਮ੍ਰਿਤਸਰ ਰੰਧਾਵਾ ਤੋਂ ਮਿਲਿਆ। ਅਤੇ ਮੈਂ ਇੱਥੇ ਆ ਕੇ ਜਿਹੜਾ ਨਵੀਂ ਚੀਜ਼ ਜਿਹੜੀ ਇਖਤਿਆਰ ਕੀਤੀ ਉਹ ਮੈਂ ਸ਼ੀਸ਼ੇ ਦੇ, ਮੈਂ ਇਹ ਸੋਚਿਆ ਕਿ ਮੈਂ ਕੋਈ ਇਹੋ ਜਿਹਾ ਕੰਮ ਕਰ ਜਾ। ਮੈਂ ਨੀਅਰ ਅਬਾਊਟ 64 ਉਮਰ ਦਾ ਹੋ ਗਿਆ, ਅਤੇ ਮੈਂ ਸੋਚਦਾ ਕਿ ਆਪਦੀ ਲਾਈਫ ਦੇ ਵਿੱਚ ਜਿੰਨਾ ਪਲ ਬਚੇ ਨੇ। ਸੰਧੂ ਸਾਹਿਬ ਤੁਸੀਂ ਕਿਹਾ ਕਿ ਮੈਂ 64 ਸਾਲਾਂ ਦਾ ਹੋ ਗਿਆ, ਮੈਂ 64 ਸਾਲਾਂ ਤੇ ਬਾਅਦ 'ਚ ਪਹੁੰਚਾਂਗਾ। ਪਹਿਲਾਂ ਮੈਂ ਤੁਹਾਡੇ 4 ਸਾਲਾਂ ਤੇ ਜਾਣਾ ਚਾਹੁੰਦਾ। ਪਹਿਲਾਂ ਆਪਣਾ ਬਚਪਨ ਤੇ ਪਿਛੋਕੜ ਬਾਰੇ ਜ਼ਰੂਰ ਦੱਸੋ ਤੁਸੀਂ। ਬਚਪਨ 'ਚ ਐਕਚੁਅਲੀ ਮੈਂ ਤਾਂ ਖਿਡਾਰੀ ਸੀਗਾ ਅਤੇ ਕਲਾ ਵੀ ਮੇਰੇ ਨਾਲ ਨਾਲ ਤੁਰੀ ਆਈ ਜ਼ਿੰਦਗੀ ਦੇ ਵਿੱਚ ਜੀ। ਹੁਣ ਤੁਸੀਂ ਗੱਲ ਛੇੜ ਰਹੀ ਹੈ, ਇਹ ਬੜੀ ਜ਼ਬਰਦਸਤ ਹੈ ਕਿ ਮੈਂ ਜਦੋਂ ਡਰਾਇੰਗ ਕਰਦਾ ਸੀ ਅਤੇ ਮੇਰੇ ਨਾਨੇ ਜੀ ਨੇ ਕਹਿਣਾ ਜੇ ਇਹਨੂੰ ਪੜ੍ਹਾਉਣਾ ਤਾਂ ਕੂੰਡੇ 'ਚ ਫੜ ਕੇ ਇਹਦੇ, ਤਾਂ ਮੇਰੀ ਮਦਰ ਨੂੰ ਕਹਿਣਾ ਰੰਗ ਕੁੱਟ ਦੇ, ਨਹੀਂ ਇਹਨੇ ਪੜ੍ਹਨਾ ਨਹੀਂ, ਕੁੱਟ ਦਿਓ। ਪਰ ਮੈਂ ਛੱਡਦਾ ਨਹੀਂ ਸੀਗਾ ਪੜ੍ਹਾਈ ਤਾਂ ਥੋੜ੍ਹਾ ਜਿਹਾ ਮੈਂ ਰਿਹਾ ਵਾਂਝਾ ਥੋੜ੍ਹਾ ਜਿਹਾ, ਪਰ ਮੈਂ ਕਲਾ ਅਤੇ ਖੇਡ ਨਹੀਂ ਛੱਡੀ। ਮੈਂ ਪ੍ਰੋਫੈਸ਼ਨ 'ਚ ਮੈਂ ਟੀਚਰ PT ਮਾਸਟਰ ਦੀ ਪੋਸਟ 'ਤੇ ਟੀਚਰ ਰਿਹਾ। ਉਹਦੇ ਬਾਅਦ ਮੈਂ BA ਪ੍ਰਾਈਵੇਟ ਕੀਤੀ ਔਰ ਫਿਰ ਮੈਂ MA ਹੁਸ਼ਿਆਰਪੁਰ ਫਾਈਨ ਆਰਟ ਦੀ ਕੀਤੀ। ਦੋਨੋਂ ਪਹਿਲੂ ਮੇਰੇ ਜ਼ਿੰਦਗੀ 'ਤੇ ਤੁਰੇ ਰਹਿੰਦੇ ਰਹੇ। ਜੇ ਕਲਾ, ਜੇ ਤੁਸੀਂ ਕਹੋ ਬਚਪਨ ਅਤੇ ਬਾਅਦ ਮੈਂ ਟੀਚਿੰਗ ਲਾਈਨ 'ਚ ਆਇਆ ਅਤੇ ਮੈਂ ਟੀਚਰ ਸੀ, ਫਿਜ਼ੀਕਲ ਟੀਚਰ। ਉਹਦੇ ਵਿੱਚ ਵੀ ਮੇਰੀ ਚੰਗੀ ਦੇਣ। ਮੈਂ ਇੰਟਰ ਯੂਨੀਵਰਸਿਟੀ ਫੁੱਟਬਾਲ ਦਾ ਪਲੇਅਰ ਰਿਹਾ, ਗੋਲਕੀਪਰ। ਮੇਰੀ ਰਿਪ੍ਰਜੈਂਟੇਸ਼ਨ ਬੱਚੇ ਮੇਰੇ ਨੈਸ਼ਨਲ ਲੈਵਲ 'ਤੇ ਹੈ। ਜਦੋਂ ਰੋਹਿਤ ਕੁਮਾਰ ਮੋਗੇ ਦਾ 100 ਮੀਟਰ ਫਸਟ ਆਇਆ ਸੀ, ਮੇਰਾ ਲੰਗੇਆਣੇ ਦਾ ਮੁੰਡਾ ਹਾਈ ਜੰਪ 'ਚ ਸੈਕਿੰਡ ਆਇਆ ਸੀ। ਜਦੋਂ ਜਿਹੜਾ ਸਕੂਲ ਮੈਂ ਛੱਡ ਕੇ ਆਇਆ ਮਹਿਣਾ ਹਾਈ ਸਕੂਲ, ਜਦੋਂ ਮੈਂ ਆਇਆ ਮੇਰੇ 3 ਬੱਚੇ ਨੈਸ਼ਨਲ ਖੇਲੇ ਆ।
ਤਿੰਨੇ ਪੰਜਾਬ ਸਿਲੈਕਟ ਹੋਏ ਔਰ ਤਿੰਨੇ ਨੈਸ਼ਨਲ ਦੇ ਵਿੱਚ ਖੇਲੇ। ਪਹਿਲਾਂ ਕੋਚ ਨੇ ਦੋਨਾਂ ਨੂੰ ਖਿਡਾਇਆ ਔਰ ਨਿੱਕੀ ਜਿਹੀ 7 ਸਾਲ ਦੀ ਕੁੜੀ ਨੂੰ ਸਮਝ ਕੇ ਉਹਨੇ ਖਿਡਾਇਆ ਨਹੀਂ ਕਿ ਮੈਂ ਇੱਕ ਸਕੂਲ ਦੀ ਕਿਉਂ ਤਿੰਨੇ ਕੁੜੀਆਂ ਨੂੰ ਨੈਸ਼ਨਲ 'ਚ ਪਾ ਲਾ। ਜਦੋਂ ਟੀਮ ਮਹਾਰਾਸ਼ਟਰ ਤੋਂ ਹਾਰਨ ਲੱਗੀ, ਹਾਫ ਟਾਈਮ ਬਾਅਦ ਪਾ ਲਿਆ ਤੇ ਉਹ ਕੁੜੀ ਨੇ ਇੰਨੇ ਪੁਆਇੰਟ ਖਿੱਚੇ ਪਰ ਜਿੱਤ ਨਹੀਂ ਸਕੇ। ਉਹਨੇ ਕੋਚ ਨੇ ਮੈਨੂੰ ਆ ਕੇ ਦੱਸਿਆ, ਅਜੀਤ ਸਿੰਘ ਨੇ, ਯਾਰ ਮੈਂ ਬੜੀ ਵੱਡੀ ਗਲਤੀ ਕੀਤੀ। ਮੇਰੇ ਦਿਲ 'ਚ ਆ ਗਿਆ ਕਿ ਤੇਰੇ ਤਿੰਨੇ ਬੱਚੇ ਕਾਹਤੋਂ ਖੇਲਣ ਫਰੀਦਕੋਟ ਦੇ। ਤੇ ਉਹ ਕੁੜੀ ਨੇ ਬਾਅਦ 'ਚ ਮੈਂ ਪਾਇਆ, ਪਰ ਮੈਨੂੰ ਅਫਸੋਸ ਰਿਹਾ ਕਿ ਜੇ ਕੁੜੀ ਸਟਾਰਟ 'ਚ ਲੈ ਲੈਂਦਾ 7ਵੀਂ ਵਾਲੀ ਤੇ ਅਸੀਂ ਨੈਸ਼ਨਲ ਵਿਨ ਕਰ ਜਾਣਾ ਸੀ। ਕਿ ਮੈਂ ਸਪੋਰਟਸ ਦੇ ਵਿੱਚ ਵੀ ਮੇਰਾ ਲਾਈਨ ਅੱਛੀ ਰਹੀ। ਇੱਕ ਮੈਂ ਦੱਸਾਂਗਾ ਕਿ ਜਦੋਂ ਲੋਕ ਦੇਖਦੇ ਨੇ ਇਸ ਮੋਜ਼ੇਕ ਕਲਾ ਨੂੰ, ਔਰ ਮੈਂ ਸਮਝਾਂਗਾ ਕਿ ਇਹ ਕਲਾ ਏਡੀ ਤਕੜੀ ਕਲਾ ਹੈਗੀ ਹੈ ਕਿ ਜਦੋਂ ਦੇਖਣ ਤੋਂ ਬਾਅਦ ਪਤਾ ਲੱਗਦਾ, ਪਰ ਆਮ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਹੈਗਾ। ਇਹ ਜਿਹੜੀ ਮੋਜ਼ੇਕ ਕਲਾ ਹੈ, ਮੋਜ਼ੇਕ ਆਰਟ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਕੀ ਚੀਜ਼ ਹੈ। ਹਾਂ, ਮੋਜ਼ੇਕ ਦਾ ਜਿਹੜਾ ਐਕਚੁਅਲੀ ਗਲਾਸ ਰੀਅਲ ਮੋਜ਼ੇਕ ਜਿਵੇਂ ਰੋਮ 'ਚ ਕੰਮ ਹੋਇਆ, ਇਹ ਕੰਮ ਜ਼ਿਆਦਾ ਇਟਾਲੀਅਨ ਨੇ ਕੀਤਾ। ਗ੍ਰੀਸ ਦੇ ਵਿੱਚ ਆਰਕੀਟੈਕਚਰ ਕਲਾ ਹੋਈ, ਪਰ ਇਹੀ ਸ਼ੈਲੀ ਦੇ ਬੰਦੇ ਮਤਲਬ ਜਾ ਕੇ ਜਿੱਥੇ ਜਾਂਦੇ ਨੇ। ਜਰਮਨ 'ਚ ਵੀ ਗਏ, ਜਰਮਨ 'ਚ ਵੀ ਹੋਇਆ। ਇੱਕ ਸ਼ਹਿਰ ਆਪਣਾ ਜਿੱਥੇ ਹੁੰਦੀ ਬ੍ਰਾਜ਼ੀਲ ਜੀ, ਬ੍ਰਾਜ਼ੀਲ 'ਚ ਵੀ ਥੋੜ੍ਹਾ ਮੋਜ਼ੇਕ ਹੋਇਆ। ਜਿਹੜਾ ਰੀਅਲਿਸਟਿਕ ਅਪਰੋਚ ਹੈ ਆਰਟਿਸਟਿਕ, ਉਹ ਜ਼ਿਆਦਾ ਰੋਮ 'ਚ ਕੰਮ ਹੋਇਆ। ਗ੍ਰੀਸ ਦੇ ਵਿੱਚ ਆਰਕੀਟੈਕਚਰ ਡਿਜ਼ਾਈਨਿੰਗ ਜਿਹੜੀ ਹੁੰਦੀ, ਇਹ ਵੀ ਜਿਹੜੀ ਡਿਜ਼ਾਈਨਿੰਗ ਹੁੰਦੀ, ਜਿਵੇਂ ਤਾਜ ਮਹਿਲ 'ਚ ਬਣਿਆ ਜਸਟ ਲਾਈਕ ਮੋਜ਼ੇਕ, ਰਾਈਟ। ਮੋਜ਼ੇਕ ਵਰਕ ਹੋਇਆ, ਹਰ ਤਰ੍ਹਾਂ ਦਾ ਅੱਡ ਹੋਇਆ। ਜਿਹੜਾ ਮੈਂ ਕਰ ਰਿਹਾ, ਮੈਂ ਤਾਂ ਮੋਜ਼ੇਕ ਦੇ ਵਿੱਚ ਰੀਅਲਿਸਟਿਕ ਅਪਰੋਚ, ਜਿਹੜੀ ਚੀਜ਼ ਜਿਹੜੀ ਦਿਖਦੀ ਹੈ ਜਸਟ ਲਾਈਕ ਏ ਪੇਂਟਿੰਗ। ਤੁਸੀਂ ਮੇਰਾ ਕੰਮ ਜਿਹੜਾ ਵੇਖੋਗੇ, ਹਰਿਮੰਦਰ ਸਾਹਿਬ ਨੂੰ ਮੈਂ ਰਿਪਰੈਜ਼ੈਂਟ ਕੀਤਾ, ਜਿਹੜਾ ਮੈਂ ਲੈ ਕੇ ਜਾ ਰਿਹਾ ਜੀ। ਉਹ ਜਿਹੜਾ ਹਰਿਮੰਦਰ ਸਾਹਿਬ ਹੈ, ਤੁਹਾਨੂੰ ਪੇਂਟਿੰਗ ਲੱਗੇਗੀ ਦੂਰੋਂ, ਮੋਜ਼ੇਕ ਨਹੀਂ ਲੱਗੇਗਾ ਤੁਹਾਨੂੰ। ਦੂਰੋਂ ਇਹ ਪੇਂਟਿੰਗ ਲੱਗੇਗੀ, ਇਹ ਨਹੀਂ ਕੋਈ ਸ਼ੀਸ਼ੇ 'ਚ ਕੰਮ ਕੀਤਾ। ਜਿਵੇਂ ਜਿਵੇਂ ਤੁਸੀਂ ਨੇੜੇ ਤੁਰੇ ਜਾਓਗੇ ਤੁਹਾਨੂੰ ਪਤਾ ਲੱਗੂ ਗਿਲਾਸ ਕੰਮ ਹੋਇਆ। ਕਈ ਵਾਰ ਤਾਂ ਜਿਹੜਾ ਮੈਂ ਬਲੂਮਬਰਗ ਦਾ ਪੋਰਟਰੇਟ ਬਣਾਇਆ, ਕੋਈ ਵਿਸ਼ਵਾਸ ਹੀ ਨਹੀਂ ਕਰਦਾ ਕਿ ਮੋਜ਼ੇਕ 'ਚ ਹੋਇਆ। ਉਹਦੇ ਵਾਲ ਵੇਖੋ ਤੁਸੀਂ, ਉਹਦੀ ਮੂਵਮੈਂਟ ਵੇਖੋ, ਹਵਾ ਦੇ ਵਿੱਚ ਉਹਦੇ ਸਿਰ ਦੇ ਵਾਲ ਉੱਡਦੇ ਨਜ਼ਰ ਆਉਂਦੇ ਆ, ਲਾਈਕ ਏ ਪੇਂਟਿੰਗ। ਤੇ ਇਹ ਸੰਧੂ ਸਾਹਿਬ ਮਤਲਬ ਇਹ ਤੁਹਾਨੂੰ ਜਿਹੜੀ ਹੈ ਇਹ ਮੋਜ਼ੇਕ ਦੀ ਚੇਟਕ ਜਿਹੜੀ ਹੈ, ਪਹਿਲਾਂ ਤੁਸੀਂ ਪੇਂਟਿੰਗ ਦੀ ਚੇਟਕ ਸੀ ਤੁਹਾਨੂੰ, ਜਾਂ ਪਹਿਲਾਂ ਤੋਂ ਹੀ ਮੋਜ਼ੇਕ ਦੀ ਚੇਟਕ ਸੀ? ਪਹਿਲਾਂ ਮੈਂ ਪੇਂਟਿੰਗ ਦੇ ਤੋਂ ਬਾਅਦ ਮੈਂ ਸਕਲਪਚਰ 'ਚ ਆਇਆ, ਕਲੇ ਮੋਲਡਿੰਗ ਕਰਦਾ ਰਿਹਾ, ਕਲੇ ਮੋਲਡਿੰਗ। ਫਿਰ ਮੈਂ ਸਕਲਪਚਰ ਵੁੱਡ ਦੇ ਵਿੱਚ ਵੀ ਕੀਤਾ, ਜਿਵੇਂ ਯੋਗਾ ਬਣਾਇਆ, ਮੇਰੇ ਜੰਮੂ ਕਸ਼ਮੀਰ 'ਚ ਵੀ ਲੱਗੇ ਗਿਆ। ਇਸ ਤਰ੍ਹਾਂ ਮੈਂ ਅੰਬਾਲੇ ਵੀ ਭੇਜਦਾ ਰਿਹਾ, ਮੇਰੀ ਐਗਜੀਬਿਸ਼ਨ ਆਲ ਇੰਡੀਆ ਐਗਜੀਬਿਸ਼ਨ ਜਾਂਦੀਆਂ ਰਹੀਆਂ ਮੇਰੀਆਂ। ਮੈਨੂੰ ਨੈਸ਼ਨਲ ਲੈਵਲ 'ਤੇ ਵੀ ਦਿੱਲੀ ਕਿਹਾ, ਜਦੋਂ ਮੈਂ ਅਮਰੀਕਾ ਦੇ ਵਿੱਚ ਆ ਗਿਆ, ਉਹਨਾਂ ਨੇ ਮੇਰਾ ਨਾਮ ਰੈਫਰ ਲੈ ਲਿਆ ਕਿ ਤੂੰ ਨੈਸ਼ਨਲ ਅਵਾਰਡ ਦਿੱਲੀ ਵੀ ਰਿਪਰੈਜ਼ੈਂਟ ਕਰ ਸਕਦਾ। ਜੇ ਤੁਸੀਂ ਨਾਰਥ ਇੰਡੀਆ ਵਿੱਚ ਰਿਪਰੈਜ਼ੈਂਟ ਕਰਦੇ ਰਹੋ ਤਾਂ ਆਰਟਿਸਟ ਨੂੰ ਨੋਮੀਨੇਟ ਕਰ ਦਿੰਦੇ ਕਿ ਤੁਸੀਂ ਹੁਣ ਦਿੱਲੀ 'ਚ ਪਾਰਟੀਸਪੇਟ ਕਰ ਸਕਦੇ ਵਰਕ ਦੇ ਹਿਸਾਬ ਨਾਲ। ਅਤੇ ਮੈਂ ਉਹਦੇ ਬਾਅਦ ਜਦੋਂ ਮੈਂ ਅਮਰੀਕਾ ਦੇ ਵਿੱਚ ਆਇਆ, ਮੈਂ ਵੇਖਦਾ ਰਿਹਾ ਕੰਮ। ਮੈਂ ਨੇਕ ਚੰਦ ਜੀ ਨੂੰ ਮਿਲਦਾ ਰਿਹਾ। ਜਦੋਂ ਮੈਂ ਗ੍ਰੈਜੂਏਸ਼ਨ ਕਰਦਾ ਸੀ ਅਤੇ ਮੈਂ ਕਾਲਜ ਜਾਂਦਾ ਹੁੰਦਾ ਸੀਗਾ ਟੈਸਟ ਦੇਣ ਵਾਸਤੇ, ਕਲੇ ਦਾ ਐਗਜ਼ਾਮ ਦੇਣ, ਸਰਦਾਰ ਜੋਤ ਸਿੰਘ ਦੀ ਗੌਰਮੈਂਟ ਸਕੂਲ 'ਚ ਫਾਈਨ ਆਰਟ ਦੇ। ਮੈਂ ਆਉਣਾ ਅਤੇ ਉਹਨਾਂ ਕੋਲ ਜਾ ਬੈਠਣਾ। ਉਦੋਂ PW ਦਫ਼ਤਰ ਦੇ ਨਾਲ, ਬੱਸ ਸਟੈਂਡ ਦੇ ਨਾਲ ਹੀ ਉਹਨਾਂ ਦਾ ਬਣਿਆ ਸੀਗਾ, ਜਿੱਥੇ ਉਹ ਕੰਮ ਕਰਦੇ ਹੁੰਦੇ ਸੀਗੇ ਜੀ। ਅਤੇ ਉਹਨਾਂ ਨੇ ਕੰਮ ਕਰਨਾ, ਮੈਂ ਬਹਿ ਜਾਣਾ ਉਹਨਾਂ ਕੋਲ। ਮੈਂ ਕਹਿੰਦਾ ਜੀ ਮੈਨੂੰ ਬੜਾ ਸ਼ੌਕ ਹੈ। ਉਹ ਕਹਿੰਦੇ ਸਾਡੇ ਨਾਲ ਆ ਕੇ ਕਰ ਲਾ ਤੂੰ ਨਾਲ। ਪਰ ਉਹ ਮੈਂ ਉਹਨਾਂ ਦੇ ਕੰਮ ਵੇਖਦਾ ਸੀ, ਪਰ ਮੇਰੇ ਅੰਦਰ ਕੋਈ ਇਹੋ ਜਿਹੀ ਜਾਗਰਤ ਜੀ ਆਉਂਦੀ ਸੀਗੀ ਕਿ ਮੈਂ ਕੰਮ ਕਰੂੰਗਾ, ਪਰ ਮੈਂ ਕਰੂੰ ਥੋੜ੍ਹਾ ਵੱਖਰਾ। ਉਹ ਅੱਜ ਤੁਹਾਡੇ ਸਾਹਮਣੇ ਆ, ਜੋ ਮੈਂ ਕਰ ਰਿਹਾ ਵੱਖਰਾ ਹੀ ਹੈ। ਕਿਸੇ ਸਿੱਖ ਨੇ ਇਹ ਮੋਜ਼ੇਕ 'ਚ ਕੰਮ ਅਜੇ ਸ਼ੀਸ਼ੇ 'ਤੇ ਕੰਮ ਨਹੀਂ ਕੀਤਾ। ਇਹ ਚੈਲੰਜ ਵਾਲਾ ਕੰਮ ਹੈ, ਪੱਥਰ 'ਤੇ ਟੱਕਣ ਵਾਲੀ ਗੱਲ ਹੈ। ਰਾਈਟ। ਇਹ ਹੈ ਨਹੀਂ ਕਿ ਤੁਸੀਂ ਕੱਟ ਕੇ ਫੜਕ ਦਿਨ ਲਾ ਲਓਗੇ, ਰੰਗ ਨੂੰ ਮਿਕਸ ਕਰਕੇ ਵਾਲ ਨੂੰ ਬਣਾਉਣਾ। ਪੇਂਟ ਤਾਂ ਹੈ ਨਹੀਂ, ਟੱਚ ਕਰਕੇ ਕਰ ਦੋਗੇ, ਇਹਨੂੰ ਟਾਈਮ ਬਹੁਤ ਲੱਗਦਾ। ਰਾਈਟ ਰਾਈਟ। ਜਿਹੜਾ ਹਰਿਮੰਦਰ ਸਾਹਿਬ ਦਾ ਤੁਸੀਂ ਇਹ ਪੋਰਟਰੇਟ ਤਿਆਰ ਕੀਤਾ, ਮਤਲਬ ਉਹਦੇ ਉੱਤੇ ਇੰਨਾ ਜ਼ਿਆਦਾ ਕੰਮ ਕੀਤਾ ਹੈਗਾ, ਇਹ ਮਤਲਬ ਮੈਂ ਹੈਰਾਨ ਹੈ ਕਿ ਬਿਲਕੁਲ ਛੋਟੇ ਪੱਥਰਾਂ ਦਾ ਇਹ ਜਾਂ ਸ਼ੀਸ਼ੇ ਦਾ ਜਿਹੜਾ ਬਣਿਆ ਹੋਇਆ, ਅਤੇ ਉਹ ਦੂਰੋਂ ਦੇਖਣ ਨੂੰ ਭਾਵੇਂ ਪੇਂਟਿੰਗ ਲੱਗਦਾ, ਪਰ ਮੈਂ ਇੱਕ ਗੱਲ ਜ਼ਰੂਰ ਇਹਦੇ ਵਿੱਚ ਇੱਕ ਹੋਰ ਵੀ ਵਿਸ਼ੇਸ਼ਤਾ ਜਿਹੜੀ ਮੈਨੂੰ ਨਜ਼ਰ ਆਈ ਹੈ ਕਿ ਹਰਿਮੰਦਰ ਸਾਹਿਬ ਦੀ ਤਸਵੀਰ ਤਾਂ ਹੈ ਹੀ, ਪਰ ਉਹਦੇ ਉਲਟ ਜੋ ਪਾਣੀ ਦੇ ਵਿੱਚ ਰਿਫਲੈਕਸ਼ਨ ਪੱਥਰਾਂ ਦੀ ਪੈ ਰਹੀ ਹੈ, ਉਹ ਇੱਕ ਆਪਣੇ ਆਪ ਦੇ ਵਿੱਚ ਹੀ ਮਤਲਬ ਮੈਂ ਸਮਝਦਾ ਕਿ ਨਮੂਨੇ ਦੀ ਕਲਾਕਾਰੀ ਹੈ। ਮਤਲਬ ਇਹਨੂੰ ਤੁਹਾਨੂੰ ਕੰਪਲੀਟ ਕਰਨ ਨੂੰ ਕਿੰਨਾ ਸਮਾਂ ਲੱਗਾ, ਅਤੇ ਇਹ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਕਿੱਦਾਂ ਆਇਆ? ਇਹ ਜਿਹੜੀ ਤੁਸੀਂ ਹੁਣ ਗੱਲ ਆਖੀ ਬਿਲਕੁਲ ਸਹੀ ਗੱਲ ਹੈ, ਤੁਸੀਂ ਜੱਜਮੈਂਟ ਕੀਤੀ। ਇਹੀ ਮੇਰੀ ਕਾਮਯਾਬੀ ਦੀ ਨਿਸ਼ਾਨੀ ਹੈ, ਜਿਹੜੀ ਤੁਸੀਂ ਗੱਲ ਆਖੀ ਕਿ ਜ਼ਿਆਦਾ ਪ੍ਰੈਜ਼ੈਂਟ ਹੁੰਦਾ ਵਾਟਰ।
ਰਾਈਟ। ਤੇ ਮੈਂ ਜਿਹੜਾ ਆਰਟ ਜਿਹੜਾ ਕੰਮ ਕੀਤਾ, ਮੇਰਾ ਮਤਲਬ ਹੀ ਇਹੀ ਸੀਗਾ ਲੋਕ ਜਿਹਨੂੰ ਕਿਸੇ ਨੂੰ ਪੇਂਟਿੰਗ ਨੂੰ ਵੇਖਣ ਨੂੰ ਮਹਿਸੂਸ ਹੋਵੇ ਕਿ ਇਹ ਪਾਣੀ ਦੇ ਕੋਲ ਖਲੋਤੇ ਆ, ਪਾਣੀ ਦੇ ਹਰਿਮੰਦਰ ਸਾਹਿਬ ਹਿਲ ਰਿਹਾ। ਇਹੀ ਮੇਰੀ ਰਿਪਰੈਜ਼ੈਂਟੇਸ਼ਨ ਹੈ। ਇਸੇ ਕਰਕੇ ਮੈਂ ਟੈਂਪਲ ਦੇ ਉੱਤੇ ਜ਼ਿਆਦਾ ਡਿਟੇਲ ਕੰਮ ਤਾਂ ਨਹੀਂ ਕੀਤਾ ਕਿਉਂਕਿ ਐਮਫੈਸਿਸ ਮੈਂ ਉਹਦੇ ਤੇ ਪੇਂਟਿੰਗ ਦੇ ਵਾਟਰ 'ਚ ਕੀਤਾ। ਹਰਿਮੰਦਰ ਸਾਹਿਬ ਪਾਣੀ ਵਿੱਚ ਲੈਣਾ ਚਾਹੀਦਾ, ਤੁਸੀਂ ਮਹਿਸੂਸ ਕੀਤਾ। ਰਾਈਟ। ਇਹੀ ਮੇਰੀ ਕਾਮਯਾਬੀ ਦੀ ਨਿਸ਼ਾਨੀ ਹੈ। ਇਹ ਮੈਂ ਦੱਸਣਾ ਚਾਹੁੰਦਾ ਸੀ ਕਿ ਹਰਿਮੰਦਰ ਸਾਹਿਬ ਮੈਂ ਦਿਖਾਉਣਾ ਚਾਹੁੰਦਾ ਸੀ ਪਾਣੀ ਦੇ ਵਿੱਚ ਕਿਵੇਂ ਲਹਿਣਾ ਚਾਹੁੰਦਾ, ਤੁਹਾਡੇ ਅੰਦਰ ਹਲਚਲ ਪੈਦਾ ਹੋਵੇ ਕਿ ਹਰਿਮੰਦਰ ਸਾਹਿਬ ਪਾਣੀ ਦੇ ਵਿੱਚ ਹੈ, ਹਾਲਾਂਕਿ ਸ਼ੀਸ਼ਾ ਹੈ। ਬਿਲਕੁਲ ਮੈਂ ਸਮਝਦਾ ਕਿ ਮਤਲਬ ਬਿਲਕੁਲ ਮੈਂ ਤੇ ਹੁਣ ਇਸ ਦਾ ਸਾਈਜ਼ ਵੀ ਨਹੀਂ ਬਿਆਨ ਸਕਦਾ ਕਿ ਇੰਨੇ ਛੋਟੇ ਸਮਾਲ ਸਾਈਜ਼ ਦੀਆਂ ਜਿਹੜੀਆਂ ਇਹ ਛੋਟੇ ਛੋਟੇ ਇੱਕ ਇੱਕ ਪੀਸ ਹੈ। ਮੇਰਾ ਖਿਆਲ ਹੈ ਕਿ ਇਹ ਕਈ ਹਜ਼ਾਰਾਂ ਤੋਂ ਵੀ ਉੱਪਰ ਪੀਸਸ ਹੋਣਗੇ ਜਿਹੜੇ ਤੁਸੀਂ ਕਲੈਕਟ ਕਰਕੇ ਲਾਏ। ਤੇ ਜਦੋਂ ਮਤਲਬ ਭਾਵਨਾ ਹੁੰਦੀ ਹੈ ਕਿ ਕਲਰ ਸਿਲੈਕਟ ਕਰਦੇ ਹੋ ਕਿ ਇੱਥੇ ਕਿਹੜਾ ਕਲਰ ਲੱਗਣਾ, ਕਿਉਂਕਿ ਇੱਕ ਬਿਲਕੁਲ ਸੇਤੀ ਸਰੋਂ ਦੇ ਦਾਣੇ ਜਿੰਨਾ ਵੀ ਵਕਫਾ ਨਹੀਂ ਹੈ, ਤੇ ਉਸ ਵੇਲੇ ਫਿਰ ਮਾਹੌਲ ਤੁਹਾਨੂੰ ਕਿੱਦਾਂ ਦਾ ਚਾਹੀਦਾ ਹੈਗਾ ਕੰਮ ਕਰਨ ਉਹ ਤਾਂ ਇਨਵਾਇਰਨਮੈਂਟ ਤਾਂ ਤੁਹਾਡਾ ਬਿਲਕੁਲ ਹੋਣਾ ਚਾਹੀਦਾ। ਇਹ ਨਹੀਂ ਕਿ ਮੈਂ ਰੋਟੀ ਖਾਣੀ ਹੈ ਤੇ ਮੈਂ ਚਾਹ ਪੀਣੀ। ਜਦੋਂ ਕੰਮ ਕਰਨਾ ਹੋਵੇ ਤੁਹਾਡੇ ਜੋ ਤੁਹਾਡਾ ਮਾਈਂਡ ਬਣ ਜਾਂਦਾ, ਜਿਸ ਵੇਲੇ ਜੇ ਤੁਹਾਡਾ ਮਾਈਂਡ ਬਣ ਜਾਂਦਾ ਉਸ ਵੇਲੇ ਤੁਹਾਨੂੰ ਇੰਨੀ ਭੁੱਖ ਤਾਂ ਲੱਗਦੀ ਨਹੀਂ। ਪਹਿਲੀ ਗੱਲ ਕੰਮ ਕਰਨ ਕਲਾਕਾਰ ਨੂੰ ਜਦੋਂ ਇਸ ਖੁੱਬ ਜੇ ਵਿੱਚ ਭੁੱਖ ਨਹੀਂ ਲੱਗੂਗੀ। ਮੈਂ ਆਪਣੀ ਵਾਈਫ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਕਿ 3 ਦਿਨ ਚਾਹ ਨਾ ਦਿਓ, 3 ਦਿਨ ਰੋਟੀ ਨਾ ਦਿਓ, ਮੈਂ ਕੰਮ ਕਰਦਾ ਜਾਊਂ, ਭੁੱਖ ਹੀ ਨਹੀਂ ਲੱਗਦੀ। ਤੇ ਪਰਿਵਾਰ ਨੂੰ ਇਦਾਂ ਵੀ ਕਹਿੰਦੇ ਵੀ ਬੁਲਾਇਓ ਨਾ, ਹੁਣ ਮੈਨੂੰ ਚਾਹ ਦੀ ਆਵਾਜ਼ ਬੂਝ ਨਾ ਮਾਰੇ। ਚਾਹ ਤਾਂ ਮੈਂ ਕਹਿ ਕੇ ਲੈ ਲੈਣਾ, ਮੈਨੂੰ ਆਦਤ ਆ, ਪਰ ਮੈਂ ਕਈ ਵਾਰ ਠੰਡੀ ਹੋ ਜਾਂਦੀ, ਪਈ ਠੰਡੀ ਹੋ ਜਾਂਦੀ ਹੈ ਜਦੋਂ ਉਹਦੇ 'ਚ ਤੁਸੀਂ ਇੱਕ ਚੀਜ਼ ਖੁੱਬ ਜਾਂਦੇ ਹੋ ਉਦੋਂ ਨਿਕਲਣਾ ਬੜਾ ਔਖਾ ਹੁੰਦਾ। ਉਹ ਤੁਹਾਨੂੰ ਕੋਈ ਆਵਾਜ਼ ਮਾਰੇ ਵੀ ਭੈੜੀ ਲੱਗਦੀ ਹੈ ਕਿ ਮੈਂ ਹੁਣ ਰੋਟੀ ਖਾਣ ਨਾ ਜਾਵਾਂ, ਕਿ ਜੇ ਮੈਂ ਛੱਡ ਗਿਆ ਹੋ ਸਕਦਾ ਕਿ ਜੋ ਤੁਹਾਡਾ ਉਸ ਸਮੇਂ ਤੁਹਾਡੇ ਅੰਦਰ ਕ੍ਰੀਏਸ਼ਨ ਹੁੰਦੀ ਹੈ ਆਉਣ ਦੇ ਬਾਅਦ ਚੇਂਜ ਹੋ ਜਾਏਗੀ। ਸੋ ਮਤਲਬ ਇਸ ਤਰ੍ਹਾਂ ਦੀ এনवायरमेंट ਚਾਹੀਦੀ ਹੈ ਬਹੁਤ। ਤੇ ਇਹ ਜਿਹੜਾ ਕੰਮ ਹੈਗਾ ਇਹ ਤੁਸੀਂ ਕਿੱਥੇ ਕਰਦੇ ਹੋ ਬੇਸਿਕਲੀ? ਘਰ ਕਰਦੇ ਹੋ ਜਾਂ ਕੋਈ ਇਦਾਂ ਦੀ ਜਗ੍ਹਾ ਬਣਾਈ ਹੋਈ ਹੈ? ਹਾਂਜੀ, ਕਿਉਂਕਿ ਇਹ ਬੜਾ ਥੋੜਾ ਜਿਹਾ ਡੇਂਜਰਸ ਹੈ ਕਿ ਇੱਕ ਤਾਂ ਜੀ ਜੇ ਤੁਹਾਡੇ ਕਿਤੇ ਵੱਜ ਵੁੱਝ ਜਾਏ ਅੱਖ ਦੇ ਵਿੱਚ ਤੇ ਤੁਹਾਡਾ ਨੁਕਸਾਨ ਕਰ ਸਕਦਾ ਸ਼ੀਸ਼ਾ। ਅੱਛਾ। ਇਜ਼ ਵੈਰੀ ਡੇਂਜਰਸ। ਇਸੇ ਕਰਕੇ ਤੁਸੀਂ ਨਿਊਯਾਰਕ 'ਚ ਕੋਈ ਬੜੇ ਆਰਟਿਸਟ ਵੇਖੋਗੇ, ਮਿਊਜ਼ਿਕ ਦਾ ਆਰਟਿਸਟ ਕੋਈ ਹੱਥ ਨਹੀਂ ਲਾਉਂਦਾ, ਫ੍ਰਾਂਸਿਸਕੋ 'ਚ ਹੈਗੇ, ਪਰ ਇਹ ਬੜਾ ਖਤਰਾ। ਤੁਸੀਂ ਵੇਖੋਗੇ ਮੇਰੇ ਹੱਥ 'ਤੇ ਵੀ ਸ਼ੀਸ਼ੇ ਲੱਗੇ ਹੋਏ ਆ, ਵਿੱਚ ਵੜੇ ਹੋਏ ਆ। ਕਿਤੇ ਤੁਸੀਂ ਕੰਮ ਕਰਦੇ ਭੁੱਲ ਜਾਂਦੇ ਹੋ ਪੂਰਾ ਸ਼ੀਸ਼ਾ ਹੀ ਆ, ਪਾਊਡਰ ਐਂ ਕਰ ਲੈਂਦੇ ਹੋ, ਉਹ ਹੁਣ ਨਾ ਤਾਂ ਨਿਕਲਦਾ ਪਾਊਡਰ ਜਿਹੜਾ ਖੁੱਭ ਗਿਆ, ਨਾ ਹੀ ਬਾਹਰ ਆਉਂਦਾ, ਉਹ ਵਿੱਚ ਚੁਭਣ ਹੁੰਦੀ ਰਹਿੰਦੀ ਹੈ। ਫਿਰ ਉਹ 4 ਦਿਨ 5 ਦਿਨ ਇਹ ਹੁੰਦਾ ਹੌਲੀ ਨਾ ਉਹ ਥਾਂ ਸਖਤ ਹੋ ਜਾਂਦਾ। ਫਿਰ ਹੱਥ ਲਾ ਕੇ ਵੇਖੋ, ਇੱਥੇ ਮੇਰਾ ਹੱਥ ਸਖਤ ਹੋ ਗਿਆ। ਅੱਛਾ, ਇਹ ਜਿਹੜੀਆਂ ਤੁਹਾਡੀਆਂ ਉਂਗਲਾਂ ਨੇ ਇਹ ਸ਼ੀਸ਼ੇ ਨਾਲ ਹੀ ਸਖਤ ਹੋਈਆਂ? ਇਹ ਸ਼ੀਸ਼ੇ ਨਾਲ ਕਰਕੇ ਰਗੜ ਕੇ ਉਹ ਸੈਂਡ ਪੇਪਰ ਰਗੜ ਕੇ ਉਹਦੇ ਨਾਲ ਸੈਂਡ ਦੇ ਪੇਪਰ ਰਗੜਨਾ ਪੈਂਦਾ, ਉਹਦਾ ਪੁਆਇੰਟ ਬਣਾਉਣਾ ਪੈਂਦਾ, ਕੱਟਣਾ ਪੈਂਦਾ, ਗੋਲ ਕਰਨਾ ਪੈਂਦਾ, ਕਟਰ ਦੇ ਨਾਲ ਕਰਨਾ ਪੈਂਦਾ। ਕਈ ਵਾਰ ਕਟਰ ਕਰਦੇ ਉਂਗਲ ਵੀ ਕੱਟ ਜਾਏ ਤੇ ਮਾਸ ਵੀ ਕੱਟ ਜਾਈਦਾ। ਰਗੜਦੇ ਅੰਗੂਠਾ ਵੀ ਰਗੜਿਆ ਜਾਂਦਾ, ਪਤਾ ਨਹੀਂ ਲੱਗਦਾ, ਰਗੜੀ ਜਾਂਦੇ ਮਾਸ ਵੀ ਰਗੜਿਆ ਜਾਂਦਾ। ਬਰੀਕ ਕੰਮ ਨੂੰ ਜਦੋਂ ਕਰਨਾ, ਬਾਬਾ ਫਰੀਦ ਜੀ ਦਾ ਜਦੋਂ ਮੈਂ ਬਣਾਇਆ ਅੱਖਾਂ ਬਣਾਈਆਂ, ਮੇਰੀ ਕੋਸ਼ਿਸ਼ ਇਹ ਸੀਗੀ ਮੈਂ ਰੂਹਾਨੀਅਤ ਨੂੰ ਲਿਆਉਣਾ। ਜੋ ਪੂਰਾ 3 ਦਿਨ ਲੱਗੇ, ਪੱਟ ਕੇ ਲਾਉਂਦਾ ਰਿਹਾ, ਕੋਲੇ ਲਾਵਾਂ ਹੋਰ ਲੱਗੇ, ਬਾਹਰੋਂ ਜਾਓ ਹੋਰ ਲੱਗੇ। ਫਿਰ ਬੱਚਿਆਂ ਨੂੰ ਪੁੱਛਿਆ ਕਰਾਂ, ਰਗੜ ਉਹਨੂੰ ਇੰਨਾ ਡਿਟੇਲ ਦਾ ਕੰਮ ਹੈ, ਬਹੁਤ ਡਿਟੇਲ ਦਾ ਕੰਮ, ਔਰ ਡੇਂਜਰਸ ਹੈਗਾ। ਇਹ ਨਹੀਂ ਕਿ ਹੁਣ ਜਿਹੜਾ ਤੁਸੀਂ ਕਹਿੰਦੇ ਘਰੇ, ਉਹ ਮੈਂ ਥੱਲੇ ਬੇਸਮੈਂਟ 'ਚ ਕੰਮ ਕਰਦਾ, ਉੱਥੇ ਕੋਈ ਨਹੀਂ ਹੁੰਦਾ ਜਦੋਂ ਮੈਂ ਕੰਮ ਕਰਦਾ। ਉਹ ਨੇੜੇ ਤੇੜੇ ਆਉਣਾ ਨਹੀਂ ਚਾਹੀਦਾ ਉੱਥੇ, ਕਿਉਂਕਿ ਇਹ ਇੱਥੇ ਥੱਲੇ ਪੈ ਗਿਆ, ਤੁਹਾਡੇ ਲੱਗ ਗਿਆ, ਤੁਹਾਡੇ ਉਦੋਂ ਹੀ ਪਤਾ ਲੱਗਣਾ ਜੋ ਗਾਂਹ ਚਲੇ ਗਿਆ, ਲਹੂ ਨਿਕਲਣਾ ਸ਼ੁਰੂ ਹੋ ਜਾਣਾ, ਇੰਨਾ ਤੇਜ਼ ਲੱਗਣਾ। ਸ਼ੀਸ਼ਾ ਤੁਸੀਂ ਕਹਿੰਦੇ ਸ਼ੀਸ਼ਾ ਕੀ ਕਰਦਾ ਕੱਟ ਕੇ? ਬਿਲਕੁਲ। ਹਾਂਜੀ, ਸ਼ੀਸ਼ਾ ਸਭ ਤੋਂ ਮਤਲਬ ਮੈਂ ਸਮਝਦਾ ਕਿ ਇੱਕ ਬੜੀ ਚੀਜ਼ ਹੈ। ਇਸੇ ਕਰਕੇ ਸ਼ੈਲੀ ਇਸ ਕੰਮ ਨੂੰ ਇੱਥੇ ਰੋਮ ਦੇ ਵਿੱਚ ਕਿੰਨੇ ਆਰਟਸ ਕਾਲਜ ਹੈ, ਕਿਉਂ ਨਹੀਂ ਉਹ ਕੋਈ ਹਰੇਕ ਬੰਦਾ ਨੂੰ ਹੱਥ ਪਾਉਂਦਾ?
This holiday season, promote your business. Advertise with us on the most watched American Punjabi channel in North America. Call now for special packages 718-752-9290 extension 202. Keep watching Just Punjabi. ਹੁਣ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਆ ਗਿਆ ਹੈ ਤੁਹਾਡੇ ਸ਼ਹਿਰ ਵਿੱਚ। Largest Indian grocery store in town, Parsippany ਤੇ North Brunswick, New Jersey ਵਿਖੇ। ਵਧੇਰੀ ਜਾਣਕਾਰੀ ਲਈ ਕਾਲ ਕਰੋ 9176605115। Best Medical Care PC, a leading community-based healthcare provider, is seeking a full-time or part-time pediatrician for its clinic in New York City. Flexible work hours are offered and are completely negotiable. Must be bilingual with Hindi or Punjabi, New York State license holder, board certified. To apply, contact 718-924-2240 or log on to carebmc.com. Just Radio brings to you the songs that made you dance for a whole decade. The best songs from 2000 to 2010, only on Na Rana, Na Naya, Na Purana. ਕੀ ਤੁਹਾਨੂੰ ਫਿਜ਼ੀਕਲ ਥੈਰੇਪੀ ਜਾਂ ਰੀਹੈਬ ਦੀ ਲੋੜ ਹੈ? ਜੋੜਾਂ ਦੇ ਦਰਦ, ਕਮਰ ਦੇ ਦਰਦ, ਗਰਦਨ ਦੇ ਦਰਦ? ਅਸੀਂ ਕਾਰ ਐਕਸੀਡੈਂਟ ਅਤੇ ਜੌਬ ਇੰਜਰੀ ਦਾ ਵੀ ਇਲਾਜ ਕਰਦੇ ਹਾਂ। ਜਾਂ ਜੋੜਾਂ ਦੇ ਦਰਦ ਦੇ ਆਪਰੇਸ਼ਨ ਦੇ ਬਾਅਦ ਦੇ ਇਲਾਜ ਦੇ ਲਈ ਅੱਜ ਹੀ ਸੰਪਰਕ ਕਰੋ। ਤੁਸੀਂ ਹਰ ਪ੍ਰਕਾਰ ਦੀ ਇੰਸ਼ੋਰੈਂਸ, ਪ੍ਰਾਈਵੇਟ, ਮੈਡੀਕੇਡ ਜਾਂ ਮੈਡੀਕੇਅਰ, HMOs, ਵਰਕਰਸ ਕੰਪਨਸੇਸ਼ਨ ਜਾਂ ਨੋ ਫਾਲਟ ਇੰਸ਼ੋਰੈਂਸ ਯੂਜ਼ ਕਰ ਸਕਦੇ ਹੋ। ਡਿਸੇਬਿਲਿਟੀ ਫਾਰਮ ਵੀ ਉਪਲਬਧ ਹੈ। ਅਸੀਂ ਪੰਜਾਬੀ, ਹਿੰਦੀ ਤੇ ਉਰਦੂ ਬੋਲਦੇ ਹਾਂ। ਕਾਲ ਕਰੋ ਡਾਕਟਰ ਆਸ਼ਾ ਦੁਆ ਨੂੰ 259-13 ਹਿਲਸਾਈਡ ਐਵਨਿਊ, ਫਲੋਰਲ ਪਾਰਕ, ਕੁਈਨਜ਼, ਨਿਊਯਾਰਕ 718-343-9100। ਆਸਟਨ ਗੁਰੂ ਘਰ ਦਾ ਲਾਸੂਟ ਸਾਧ ਸੰਗਤ ਨੇ ਜਿੱਤ ਲਿਆ ਹੈ। ਇਹ ਜਿੱਤ ਸਮੁੱਚੀ ਸੰਗਤ ਅਤੇ ਮਨੁੱਖ ਦੀ ਧਾਰਮਿਕ ਆਜ਼ਾਦੀ ਦੀ ਜਿੱਤ ਹੈ। ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 4 ਸਾਲ ਦੀ ਕਾਨੂੰਨੀ ਲੜਾਈ ਲਈ ਵਕੀਲ ਦੇ ਬਿੱਲਾਂ ਦਾ ਭੁਗਤਾਨ ਅਤੇ ਲੰਗਰ ਹਾਲ ਦੇ ਪਾਰਕਿੰਗ ਲਈ ਤੁਰੰਤ ਆਰਥਿਕ ਮਦਦ ਦੀ ਜ਼ਰੂਰਤ ਹੈ। ਤੁਹਾਡਾ ਇੱਕ ਵਾਰ ਗੁਰੂ ਘਰ ਨੂੰ ਦਿੱਤਾ $100 ਵੀ ਵੱਡੀ ਮਦਦ ਹੋਵੇਗੀ। ਪਰਮਾਤਮਾ ਤੁਹਾਡਾ ਭਲਾ ਕਰੇ। ਵਧੇਰੇ ਜਾਣਕਾਰੀ ਲਈ ਗੁਰੂ ਘਰ ਦੇ ਪ੍ਰਧਾਨ ਹਰਨੇਕ ਸਿੰਘ ਬੈਂਸ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। If you had a choice between going bald and a full head of hair, which would you choose? Advances in medical science have resulted in the world's first and only permanent solution to hair loss. Yes! You wash it, you cut it. It's your own real, naturally growing hair. When it comes to hair restoration, no one in the world has more experience than Bosley. The results look completely natural and are affordable on nearly any budget. But the entire process can't be explained in 60 brief seconds. So to find out more about this clinically proven and permanent solution to hair loss, call now to receive your free no-obligation information kit. It'll answer all of your questions about hair loss and hair restoration. Plus, we'll also send you this $250 gift certificate just for calling. Every day you wait, you're losing more hair. So don't put it off any longer. You owe it to yourself to find out the facts. Choose hair. Choose Bosley. Call 800-287-7018. That's 800-287-7018. ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਵੱਲੋਂ ਸਿੱਖ ਨਸਲਕੁਸ਼ੀ ਅਤੇ ਆਜ਼ਾਦ ਸਿੱਖ ਰਾਜ ਦੇ ਮੁੱਦੇ ਤੇ ਗੁਰਦੁਆਰਾ ਸਾਹਿਬ ਪੈਲੈਂਟਾਈਨ ਸ਼ਿਕਾਗੋ ਵਿਖੇ 9 ਦਸੰਬਰ ਦਿਨ ਐਤਵਾਰ ਨੂੰ 5ਵੀਂ ਮਹਾਨ ਕਾਨਫਰੰਸ ਨਾ ਹਮ ਹਿੰਦੂ ਨਾ ਮੁਸਲਮਾਨ ਅਸੀਂ ਸਿੱਖਾਂ। There are hundreds of Sikhs who are in prison since 1984. ਇਹ ਪ੍ਰਾਪਤੀਆਂ ਸਾਡੀਆਂ ਨਹੀਂ, ਸਾਡੇ ਗੁਰੂਆਂ ਦੀਆਂ। ਦਸ਼ਮੇਸ਼ ਪਰਿਵਾਰ ਤੋਂ ਵਿਰਕ ਸਾਹਿਬ ਨੂੰ ਬੇਨਤੀ ਹੈ, ਸਤਨਾਮ ਸਿੰਘ ਜੀ ਵਿਰਕ ਕੱਪੜਿਆਂ ਦੀ ਗਿਣਤੀ 'ਚ ਸਿੱਖ ਨੌਜਵਾਨ ਜਿਹੜੇ ਕੋਕੋ ਸ਼ਹੀਦ ਕੀਤੇ ਜਾਣ। ਇਹ ਸਮਾਂ ਆ ਗਿਆ ਅੱਜ ਖਾਲਸਾ ਦਾ। ਇਸ ਮੌਕੇ ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ ਪਹੁੰਚ ਰਹੇ ਵੱਖ-ਵੱਖ
ਪਲੇਜ ਹੈ, ਕਿਉਂ ਨਹੀਂ? ਉਹ ਕੋਈ ਹਰੇਕ ਬੰਦਾ ਉਹਨੂੰ ਹੱਥ ਪਾਉਂਦਾ, ਉਹੀ ਪਾਊਗਾ ਜਿਹਨੂੰ ਇਹਦੇ ਨਾਲ ਇਸ਼ਕ ਹੋ ਗਿਆ ਕੰਮ ਨਾਲ ਕਿ ਮੈਂ ਕਰਨਾ, ਉਹੀ ਕਰੂਗਾ, ਦੂਜਾ ਨਹੀਂ ਕਰੂਗਾ। ਮੈਂ ਆਰਟ ਸਿੱਖਣਾ, ਇੱਕ ਮੈਨੂੰ ਹਾਲੈਂਡ ਆਰਟਿਸਟ ਆ, ਉਹ ਮੇਰਾ ਕੰਮ ਵੇਖਣ ਵਾਸਤੇ ਆ, ਕਹਿੰਦਾ ਮੈਂ ਆਪਦੇ ਮੁੰਡੇ ਨੂੰ ਲਾਉਣਾ, ਸਿਖਾ ਦੇਂਗਾ? ਮੈਂ ਕਿਹਾ ਮੈਂ ਤਾਂ ਚਾਹੁੰਦਾ ਸਿਖਾ ਦੂੰਗਾ, ਪਰ ਇਹ ਸਿੱਖਣਾ ਇੰਨਾ ਨਹੀਂ ਸੌਖਾ ਜਿੰਨੀ ਤੁਹਾਨੂੰ ਡਿਟਰਮੀਨੇਸ਼ਨ ਬਣਾਉਣੀ ਹੈ। ਇਹ ਜਦੋਂ ਫਿਰ ਰਗੜਦੇ ਹੋ ਤੁਸੀਂ ਛੋਟੇ ਪੀਸਸ ਵਗੈਰਾ, ਅੱਖਾਂ ਉੱਖਾਂ ਤੇ ਤਾਂ ਚਸ਼ਮਾ ਜ਼ਰੂਰ ਲਾਉਂਦੇ ਚਸ਼ਮਾ ਲਾਏ ਪਏ ਕੰਮ ਹੀ ਨਹੀਂ ਕਰ ਸਕਦਾ ਮੈਂ, ਰਾਈਟ, ਕਿਉਂਕਿ ਕੁਝ ਵੀ ਪੈ ਜੇ ਸਕਦਾ। ਪੈ ਗਿਆ ਹੱਥ 'ਚ ਤਾਂ ਬਚ ਜਾਓਗੇ, ਹੱਥ 'ਚ ਅੱਖ 'ਚ ਲੱਗ ਗਿਆ ਤਾਂ ਤੁਹਾਨੂੰ ਬੜੀ ਬਿਗ ਪ੍ਰੋਬਲਮ ਹੋ ਸਕਦੀ ਹੈ। ਰਾਈਟ ਰਾਈਟ ਰਾਈਟ। ਅੱਖ ਦਾ ਤੁਹਾਡੀ ਲਾਈਟ ਕਿਤੇ ਵੱਜ ਗਿਆ, ਤੁਹਾਡੇ ਨਾ ਨਿਕਲ ਸਕਿਆ। ਤੇ ਸੰਧੂ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਮੋਜ਼ੇਕ ਦਾ ਕੰਮ ਹੈ ਤੁਸੀਂ ਕਿਹੜੀ ਤਸਵੀਰ ਦੇ ਉੱਤੇ ਕੀਤਾ, ਕਿਹੜੀ ਕੇਸ ਦੇ ਉੱਤੇ? ਹਾਂਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਮੈਂ ਨਿਊਯਾਰਕ 'ਚ ਆਇਆ ਤੇ ਮੈਂ ਟੈਲ ਦੀ ਦੁਕਾਨ ਤੇ ਕੰਮ ਕਰਦਾ ਸੀ। ਉਹਨਾਂ ਦੀ ਇੱਕ ਇਮੋਲਾ ਕੰਪਨੀ ਟਾਈਲਾਂ ਬਣਾਉਂਦੀ ਹੈ, ਮੈਂ ਉਹਦਾ ਲੋਗੋ ਬਣਾਇਆ ਟੁੱਟੀਆਂ ਟਾਈਲਾਂ ਤੋਂ। ਅੱਛਾ। ਟਾਈਲਾਂ ਬਣਾਇਆ, ਇੱਕ ਖਰਗੋਸ਼ ਬਣਾਇਆ। ਉਹਨਾਂ ਨੂੰ ਪਤਾ ਲੱਗ ਗਿਆ ਇਹ ਆਰਟਿਸਟ ਆ, ਤੇ ਉਹਦਾ ਲੜਕਾ ਕਹਿੰਦਾ ਆਦੇ ਪਿਓ ਨੂੰ, ਕਹਿੰਦਾ ਇਹਨੂੰ ਦੱਸਣਾ ਬਾਹਲਾ, ਕਹਿੰਦਾ ਹਰਜੀਤ ਤੂੰ ਤਾਂ ਚਰਚਾਂ 'ਚ ਵਧੀਆ ਕੰਮ ਚੰਗੇ ਪੈਸੇ ਬਣਾ ਦਿੰਦਾ। ਉਹ ਮੁੰਡਾ ਕਹਿੰਦਾ ਦੱਸਣਾ ਡੈਡ, ਇਹਨੇ ਭੱਜ ਜਾਣਾ, ਇਹ ਆਰਟਿਸਟ ਬੰਦਾ ਹੈ ਤੇ ਆਪਣੇ ਕੋਲ ਸੂਤ ਹੈ, ਕੰਮ ਕਰਦਾ ਕਰਨ ਦੇ ਨੂੰ। ਤੇ ਪਤਾ ਤਾਂ ਮੈਨੂੰ ਵੀ ਨਾ ਸੀ, ਮੈਂ ਟਾਈਮ ਦੀ ਤਲਾਸ਼ ਵਿੱਚ ਸੀਗਾ ਕਿ ਪੈਸੇ ਹੋਣਗੇ ਤਾਂ ਕਰੂੰਗਾ। ਫਿਰ ਮੈਂ ਉਹਨਾਂ ਕਰਦੇ ਕਰਦੇ ਇਹਦਾ ਸਾਈਨ ਬਿਜ਼ਨਸ ਕੀਤਾ, ਉਹਦੇ ਪੈਸੇ ਬਣਾਏ। ਹੁਣ ਮੈਂ ਜਿੱਥੇ ਸ਼ੁਰੂ ਕਿਉਂ ਕੀਤਾ, ਜਾਗਦੇ ਕੀਤਾ ਕਿ ਹੁਣ ਮੈਂ ਬਹੁਤ ਫ੍ਰੀ ਹਾਂ। ਜਿੰਨਾ ਤੁਸੀਂ ਫ੍ਰੀ ਨਹੀਂ ਦਿਮਾਗ ਤੁਹਾਡਾ, ਉਹਨਾਂ 'ਚ ਕੰਮ ਨਹੀਂ ਕਰ ਸਕਦੇ। ਦਿਮਾਗ 'ਚ ਤਾਂ ਵਾਹ ਵਲੋਲੇ ਚੱਲਦੇ ਰਹੇ। ਜਦੋਂ ਮੈਂ ਹੁਣ ਫ੍ਰੀ ਹੋ ਗਿਆ, ਮੇਰੇ ਬੱਚੇ ਇਹਨਾਂ ਨੇ ਸੰਭਾਲ ਲਿਆ ਕੰਮ, ਹੁਣ ਦੁਕਾਨ ਦੀ ਪਰਵਾਹ ਨਹੀਂ ਕਰਦਾ, ਬੈਠਾ ਰਹਿਣਾ, ਕਈ ਵਾਰ ਕਸਟਮਰ ਨੂੰ ਮੋੜ ਦਿੰਦਾ ਜੇ ਕੰਮ ਕਰਦਾ ਹਾਂ, ਕਦੇ ਦੁਕਾਨ 'ਤੇ ਵੀ ਲੱਗ ਜਾਂਦਾ। ਅਤੇ ਇਹ ਫ੍ਰੀ ਹੋ ਕੇ ਕੰਮ ਕਰਨ ਵਾਲਾ ਹੁਣ ਮੈਨੂੰ ਕੋਈ ਫਿਕਰ ਨਹੀਂਗਾ, ਅਤੇ ਮੈਂ ਕੰਸਨਟਰੇਟ ਪੂਰਾ ਮਾਈਂਡ ਕਰਦਾ ਜੋ ਕੰਮ ਕਰਦਾ। ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਦੁਕਾਨ ਤੋਂ ਆ ਕੇ ਘਰੇ 10 11 ਵਜੇ ਤੇ ਕੰਮ ਕਰਦਾ ਇਹਨੂੰ। ਦੁਕਾਨ ਤੋਂ ਆ ਕੇ ਚਾਹ ਪੀ। ਕਿੱਥੇ ਖੋਲੀ ਹੋਈ ਹੈ ਦੁਕਾਨ? ਮੇਰੀ ਬ੍ਰੌਂਕਸ 'ਚ ਹੈ। ਅੱਛਾ ਜੀ। ਅਤੇ ਉੱਥੇ ਮੇਰਾ ਸਾਈਨ ਬਿਜ਼ਨਸ ਅੱਜ ਮੇਰੇ ਖਿਆਲ 18 19 ਸਾਲ ਹੋ ਗਏ। ਅੱਛਾ। ਕਿਉਂ ਪਹਿਲਾਂ ਮੈਂ ਸਿਸਟਰ ਕੋਲ ਉੱਥੇ ਆਇਆ, ਉੱਥੇ ਸਟੈਬਲਿਸ਼ ਬਿਜ਼ਨਸ ਹੋਇਆ, ਮਗਰੋਂ ਮਕਾਨ ਇੱਥੇ ਆ ਕੇ ਨਿਊਯਾਰਕ 'ਚ ਇੱਥੇ ਕੁਈਨ 'ਚ ਲੈ ਲਿਆ। ਅਤੇ ਹੁਣ ਮੈਂ ਅਪ ਐਂਡ ਡਾਊਨ ਕਰਦਾ, 8 9 ਸਾਲ ਹੋ ਗਏ ਮਕਾਨ ਲੈਣ ਨੂੰ। ਅਤੇ ਆਰਟ ਉਹ ਵੀ ਆਰਟ ਹੀ ਹੈ, ਉਹਦੇ 'ਚ ਪੈਸੇ ਬਣਾਉਣਾ, ਕਲਾ ਦੇ ਵਿੱਚ ਕੰਪੋਜ਼ ਕਰਦਾ, ਕੰਪੋਜ਼ਰ ਹੈਗਾ। ਰਾਈਟ 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 ਰਾਈਟ। ਤੇ ਸਾਈਨ ਬਿਜ਼ਨਸ ਜਿਹੜਾ ਉਹ ਨਾਲ ਰੋਜ਼ੀ ਰੋਟੀ ਦਾ ਇੱਕ ਸਾਧਨ ਹੈ। ਤੇ ਇਹ ਜਿਹੜਾ ਹੈ ਇਹ ਮੋਜ਼ੇਕ ਨਾਲ ਇੱਕ ਮੈਂ ਕਹਿੰਦਾ ਹੁੰਦਾ ਵੀ ਇਸ਼ਕ ਦਾ ਜਨੂਨ ਹੈ। ਇਹ ਤਾਂ ਜੀ ਮੈਂ ਇਹ ਚਾਹੁੰਦਾ ਕਿ ਜਾਂਦਾ ਹੋਵੇ ਮੇਰੇ ਟਹਿਲ ਹੱਥ 'ਚ ਹੀ ਜਾਵੇ ਜਾਂਦੀ ਜਾਂਦੀ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਫਿਰ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦਾ, ਉਸ ਬਾਬਾ ਫਰੀਦ ਜੀ ਦਾ ਮੈਂ ਸਭ ਤੋਂ ਪਹਿਲਾਂ ਅਟੈਂਪਟ ਕੀਤਾ। ਮੈਂ ਜਦੋਂ ਦੱਸਿਆ ਕਿ ਮੈਂ ਉਦੋਂ ਦਿਲ 'ਚ ਸੋਚਿਆ ਸੀਗਾ, ਪਹਿਲਾਂ ਮੈਂ ਉੱਥੇ ਇੰਦਰਜੀਤ ਸਿੰਘ ਸੇਖੋ ਸਾਹਿਬ ਨੂੰ ਮੈਂ ਜਾ ਕੇ ਦੱਸਿਆ ਜੀ ਗੁਰਦੁਆਰੇ ਕਿ ਮੈਂ ਨਾ ਐਵੇਂ ਕਹਤਾ, ਉਹ ਕੰਸਟਰਕਸ਼ਨ ਨਵੀਂ ਚੱਲਦੀ ਸੀ, ਹੁਣ ਬਣ ਗਈ ਹੈ, ਕਿ ਮੈਂ ਨਾ ਇੱਥੇ ਮੋਜ਼ੇਕ ਲੈ ਕੇ ਆਊਂਗਾ, ਪਰ ਇਹ ਨਹੀਂ ਪਤਾ ਮੈਂ ਸਾਲ ਆਵਾਂ 2 ਸਾਲ ਬਾਅਦ ਆਊਂਗਾ ਜ਼ਰੂਰ। ਉਹ ਕਹਿੰਦੇ ਤੁਸੀਂ ਲੈ ਕੇ ਆਓ, ਅਸੀਂ ਲਾ ਦਾਂਗੇ। ਜਦੋਂ ਬਣ ਗਿਆ ਮੈਨੂੰ ਕਾਲ ਆਤੀ, ਲਾਤਾ। ਜਦੋਂ ਇਹਨਾਂ ਨੇ ਸਮਾਨ ਆਪਣਾ ਬਾਬਾ ਫਰੀਦ ਦਾ ਪਿਛਲੇ ਸਾਲ 11 'ਚ ਮਨਾਇਆ, ਬੜਾ ਵੱਡਾ ਮੇਲਾ ਹੁੰਦਾ, ਉੱਥੇ ਮੈਨੂੰ ਉਹਨਾਂ ਨੇ ਆਨਰ ਵੀ ਕੀਤਾ। ਕਿਆ ਬਾਤ ਹੈ। ਹਾਂਜੀ, ਉਹਨਾਂ ਨੇ ਬੜੇ ਖੁਸ਼ ਹੋਏ। ਔਰ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੇਰੇ ਦਿਲ ਦੀ ਤਮੰਨਾ ਜਿਹੜੀ ਅਧੂਰੀ ਰਹਿ ਗਈ ਸੀ ਇੰਡੀਆ, ਕਿ ਹਰਜੀਤ ਤੂੰ ਕਿਉਂ ਨਹੀਂ ਬਾਬਾ ਫਰੀਦ ਦਾ ਬਣਾਇਆ। ਫਰੀਦਕੋਟ ਸ਼ਹਿਰ 'ਚ ਆ ਕੇ ਨਮਾਇਸ਼ ਕੀਤੀ ਹੈ, ਉੱਥੇ ਗਵਰਨਰ ਨੇ ਆਉਣਾ ਸੀਗਾ। ਤਾਂ ਫੋਟੋ ਵੇਖ ਲਈ ਕਿਤੇ ਮੈਂ ਬਣੀ ਉਹਨਾਂ ਦੀ, ਅਤੇ ਮੈਂ ਕਿਹਾ ਮੇਰੀ ਨਹੀਂ ਬਣੀ, ਉਹ ਮੈਂ ਸ਼ਰਧਾ ਮੇਰੀ ਪੂਰੀ ਹੋ ਗਈ। ਹੁਣ ਮੈਂ ਸਿੱਖ ਹਿਸਟਰੀ ਵਾਸਤੇ ਕੰਮ ਕਰ ਰਿਹਾ, ਬੰਦਾ ਬਹਾਦਰ ਜੀ ਦਾ ਬਣਾ ਰਿਹਾ। ਮੈਂ ਚਾਹੁੰਦਾ ਦਿੱਲੀ ਜਾ ਕੇ ਬਾਬਾ ਬੰਦਾ ਬਹਾਦਰ ਜਿੱਥੇ ਸ਼ਹੀਦ ਹੋਏ ਆ, ਉੱਥੇ ਜਾ ਕੇ ਲੱਗੇ। ਰਾਈਟ। ਸੰਧੂ ਸਾਹਿਬ, ਇੱਕ ਮੈਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਜ਼ਿਕਰ ਆਇਆ ਸੀ ਮੇਰੇ ਨਾਲ, ਜਦੋਂ ਤੁਸੀਂ ਵਰਬਲੀ ਗੱਲਾਂ ਕਰਦੇ ਸੀ, ਇੱਕ ਇਨਸਾਨ ਦਾ ਤੁਸੀਂ ਜ਼ਿਕਰ ਕੀਤਾ ਸੀ ਜਿਹੜਾ ਮੈਂ ਸਮਝਾਂਗਾ ਕਿ ਜਿਹਨੂੰ ਕੁਝ ਲੋਕ ਬੜੇ ਸਖਤ ਅਫਸਰ ਦੇ ਨਜ਼ਰੀਏ ਤੋਂ ਦੇਖਦੇ ਨੇ, ਕੁਝ ਲੋਕ ਉਸ ਨੂੰ ਕਲਾਕਾਰਾਂ ਦੇ ਕਦਰਦਾਨ ਦੇ ਨਜ਼ਰੀਏ ਤੋਂ ਦੇਖਦੇ ਨੇ। ਔਰ ਮੈਂ ਇਹ ਸਮਝਦਾ ਕਿ ਉਸ ਤੋਂ ਵੱਡਾ ਕੋਈ ਕਲਾਕਾਰਾਂ ਦਾ ਕਦਰਦਾਨ ਨਹੀਂ, ਚਾਹੇ ਕੋਈ ਸ਼ਾਇਰੀ ਦਾ, ਚਾਹੇ ਕੋਈ ਲੇਖਣੀ ਦਾ, ਚਾਹੇ ਕੋਈ ਪੇਂਟਿੰਗ ਦਾ, ਚਾਹੇ ਕੋਈ ਮਤਲਬ ਤੁਹਾਡੇ ਵਾਲੀ ਕਲਾ ਦਾ ਜਿਹੜਾ ਕਦਰਦਾਨ। ਡਾਕਟਰ MS ਰੰਧਾਵਾ ਦਾ ਜ਼ਿਕਰ ਆਇਆ, ਕੋਈ ਯਾਦਗਾਰੀ ਪਲ ਤੁਹਾਡੇ ਬੀਤੇ ਹੁਣ ਡਾਕਟਰ MS ਰੰਧਾਵਾ ਨਾਲ? ਹਾਂਜੀ, ਬੜੀ ਵਧੀਆ ਗੱਲ ਕੀਤੀ ਤੁਸੀਂ। ਮੈਂ ਤਾਂ ਉਹਨਾਂ ਨੂੰ ਬਹੁਤ ਵਾਰ ਮਿਲਣ ਦੇ ਚਾਂਸ ਮਿਲੇ। ਇੱਕ ਵਾਰ ਤਾਂ ਮੈਂ ਇਹ ਜਿਹੜਾ ਲਲਿਤ ਕਲਾ ਅਕੈਡਮੀ ਦੇ ਮੈਂਬਰ ਸੀ, ਅਤੇ ਸਮਾਨ ਜਿਹੜਾ ਸੀ ਨਾ ਸਰਦਾਰ ਮਿਲਖਾ ਸਿੰਘ ਦੀ ਕੋਠੀ 'ਤੇ ਜੀ, ਉੱਥੇ ਸਾਰਾ ਸਮਾਨ ਅਸੀਂ ਜਾ ਕੇ ਜਮ੍ਹਾਂ ਕਰਾਉਂਦੇ ਸੀ। ਜੀ ਜੀ। ਮੈਨੂੰ ਕਿਤੇ ਸਬੱਬ ਨਾਲ ਮੇਰੀ ਬੜੀ ਅੱਛੀ ਕਿਸਮਤ ਹੈ, ਸਾਡੇ ਭਾਜੀ ਹਰਪਾਲ ਟਿਵਾਣਾ ਸਾਹਿਬ ਜੀ ਜੀ ਵਿਚਾਲੇ ਰੰਧਾਵਾ ਸਾਹਿਬ ਬੈਠੇ ਅਤੇ ਸਾਈਡ 'ਤੇ ਸੇਖੋਂ ਸਾਹਿਬ ਬੈਠੇ ਜੀ। ਜਦੋਂ ਮੈਂ ਬੈਠਾ ਅਤੇ ਉਹ ਮੈਨੂੰ ਘਰ ਦਾ ਨਾਮ ਮੇਰਾ ਗੁੱਗੀ ਹੈ, ਅਤੇ ਆਪਣਾ ਟਿਵਾਣਾ ਸਾਹਿਬ ਕਹਿੰਦੇ, ਹਰਪਾਲ ਟਿਵਾਣਾ ਸਾਹਿਬ ਰੰਧਾਵਾ ਸਾਹਿਬ ਨੇ ਕਹਿੰਦਾ ਆਪਣਾ ਬੱਚਾ ਜੀ। ਅਤੇ ਮੈਂ ਕਹਿੰਦਾ ਬੇਟਾ ਕੀ ਲਿਆ? ਮੈਂ ਲੈਲਨ ਦਾ ਬਣਾਇਆ ਸੀਗਾ। ਉਹ ਕਹਿੰਦੇ ਹੁਣੇ ਖੋਲ੍ਹ ਕੇ ਫੜ ਡੱਬੇ 'ਚ ਪੈਕੇਜ ਕਲੇ ਮਾਡਲਿੰਗ। ਮੇਰੀ ਸ਼ੁਰੂਆਤ ਸੀਗੀ। ਤਾਂ ਮੈਂ ਇਹ ਵੀ ਇੱਥੇ ਜ਼ਿਕਰ ਕਰਾਂ
ਕਿ ਅੱਜ ਜੇ ਮੈਂ ਇੱਥੇ ਬੈਠਾ ਆ, ਸ਼ਖਸੀਅਤ ਕੁਝ ਬਣੀ ਆ ਤੇ ਹਰਪਾਲ ਟਿਵਾਣਾ ਸਾਹਿਬ ਦੀ ਦੇਣ ਆ। ਕੀ ਬਾਤ ਹੈ। ਕਿਉਂਕਿ ਮੈਨੂੰ ਪਟਿਆਲੇ ਵਿੱਚ ਐਡਮਿਸ਼ਨ ਦਿਵਾਉਣ ਵਾਲੇ ਇਹ ਸੀਗੇ, ਉਦੋਂ ਵੀ ਮੈਂ ਭੱਜਣ ਨੂੰ ਫਿਰਦਾ ਜੇਜਸ ਕਾਲਜ ਬੰਬੇ। ਮੇਰਾ ਦੋਸਤ ਕਹਿੰਦਾ ਬੀਬੀ ਇਹ ਤੁਹਾਨੂੰ ਸਾਰਿਆਂ ਨੂੰ ਭੁੱਖੇ ਮਾਰ ਦੂ। ਉਹਨਾਂ ਵਿੱਚ ਜ਼ਮਾਨੇ 60 ਦੇ ਵਿੱਚ ਫਾਈਨ ਆਰਟ ਵਾਲਾ ਜੌਬ ਨਹੀਂ ਮਿਲਦੀ ਸੀ 60 'ਚ, ਤੇ ਉਹ ਕਹਿੰਦਾ ਤੁਹਾਨੂੰ ਇਹ ਭੁੱਖੇ ਮਾਰ ਦੂਗਾ। ਤੇ ਮੇਰੇ ਫਾਦਰ ਡੈਥ ਹੋ ਗਈ ਸੀ, ਮੈਂ ਭੈਣਾਂ ਭਰਾਵਾਂ ਨੂੰ ਪੜਾਉਣਾ ਸੀਗਾ, ਸਿਸਟਰ ਨੂੰ ਐਮਪੀਐਡ ਕਰਾਇਆ, ਐਨਆਈਐਸ ਕਰਾਈ। ਅਗਰ ਮੈਂ ਕਲਾ ਚਲਾ ਜਾਂਦਾ ਹੋ ਸਕਦਾ ਮੈਂ ਆਰਟਿਸਟ ਉਦੋਂ ਵੀ ਬਣ ਜਾਂਦਾ, ਰਾਈਟ। ਪਰ ਰਾਈਟ ਟਾਈਮ ਜਿਹੜਾ ਸੀ ਨਾ, ਉਹ ਮੈਨੂੰ ਤਾਂ ਇਹ ਲੱਗਦਾ ਹੈ ਕਿ ਰਾਈਟ ਟਾਈਮ ਜਿਹੜਾ ਮੈਨੂੰ ਟਿਵਾਣਾ ਸਾਹਿਬ ਨੇ ਭਾਜੀ ਨੇ ਮੈਨੂੰ ਜੇ ਦਿੱਤਾ, ਮੈਨੂੰ ਉੱਥੇ ਐਡਮਿਟ ਕਰਾਤਾ। ਉਹਦੇ ਬਾਅਦ ਮੈਂ ਫਿਜ਼ੀਕਲ ਐਜੂਕੇਸ਼ਨ ਕਰ ਲਿਆ, ਔਰ ਉਹਦੇ ਬਾਅਦ ਮੈਂ ਦਿਲ ਦੀਆਂ ਤਮੰਨਾ ਸਾਰੀਆਂ ਪੂਰੀਆਂ ਕਰ ਰਿਹਾ। ਅਜੇ ਮੈਂ ਹੋਰ ਵੀ ਕੰਮ ਕਰਨਾ, ਅਜੇ ਕੰਮ ਨਹੀਂ ਖਤਮ ਹੋਇਆ, ਮੈਂ ਕੰਮ ਕਰਨਾ ਚਾਹੁੰਦਾ। ਮੈਂ ਐਗਜੀਬਿਸ਼ਨ ਨਿਊਯਾਰਕ 'ਚ ਇੱਕ ਐਗਜੀਬਿਸ਼ਨ ਕਰਨਾ, 1 ਮੈਨ ਐਗਜੀਬਿਸ਼ਨ ਕਰਨਾ, ਇਕੱਲਾ ਮੋਜ਼ੇਕ ਦਾ। ਤੇ ਹੁਣ ਤੱਕ ਤੁਸੀਂ ਮੋਜ਼ੇਕ 'ਚ ਕਿੰਨਾ ਕੰਮ ਕੀਤਾ ਲਾ ਪਾ ਕੇ? ਇਹ ਮੈਨੂੰ ਜੀ 2011 'ਚ ਸ਼ੁਰੂ ਕੀਤਾ ਸੀਗਾ ਜੀ, ਇਹ 12 ਆ ਗਿਆ। ਮਤਲਬ 2 ਸਾਲ ਦੇ ਵਿੱਚ ਮੈਂ ਇਹ 1 ਸਾਲ ਵਿੱਚ 2 ਪੀਸ ਮਸਾ ਬਣਦੇ ਆ। ਠੀਕ ਹੈ। ਕਿ ਹਰਮੰਦਰ ਸਾਹਿਬ ਨੂੰ ਮੈਨੂੰ 10-11 ਮਹੀਨੇ ਲੱਗੇ, ਬਲੂਮਬਰਗ ਦੇ ਬਣਾਉਣ ਲੱਗੇ ਮੈਨੂੰ 5 ਮਹੀਨੇ ਲੱਗੇ ਜੀ। ਆਸਕਰ ਅਵਾਰਡ ਮੈਂ ਬਣਾਇਆ, ਇਹ ਨਹੀਂ ਕੀਤਾ, ਮੈਂ ਆਸਕਰ ਅਵਾਰਡ ਦਾ ਵੀ ਆਈਡੀਆ ਬਣਾਇਆ, ਉਹਨੂੰ ਵੀ 5-6 ਮਹੀਨੇ ਲੱਗੇ। ਅੱਛਾ, ਮਤਲਬ ਤੁਹਾਡੀ ਜਿਹੜੀ ਇੱਕ ਆਮ ਕਿਰਤ ਹੈ ਉਹਨੂੰ 6 ਮਹੀਨੇ ਲੱਗਦੇ? ਹਾਂਜੀ, ਲੱਗਣੇ। ਹਰਮੰਦਰ ਸਾਹਿਬ ਵਾਲੀ ਕਿਰਤ ਜਿਹੜੀ ਸੀ ਉਹ ਵਿਸ਼ੇਸ਼ ਕਿਰਤ ਸੀ, ਔਰ ਉਸ ਨੂੰ ਘੱਟੋ ਘੱਟ 11-12 ਮਹੀਨੇ। ਇਹ ਕਿਉਂਕਿ ਤੁਸੀਂ ਵੇਖੋ ਵੱਡਾ ਕੰਮ ਵੀ ਦੁੱਗਣਾ ਤਿਗਣਾ ਹੈ। ਸਾਈਜ਼ ਵੇਖੋ ਤੁਸੀਂ, ਇਹ 18x24 ਦਾ ਬਣਿਆ, ਇਹ 3x4 ਦਾ। ਪਹਿਲੀ ਗੱਲ ਤਾਂ ਕੋਈ ਨਹੀਂ ਵੱਡੇ ਨੂੰ ਹੱਥ ਨਹੀਂ ਪਾਉਂਦਾ ਵੱਡੇ ਨੂੰ, ਰਾਈਟ। ਮੈਂ ਇਸੇ ਸਾਈਜ਼ 'ਚ ਬਣਾਉਣਾ ਚਾਹੁੰਦਾ। ਮੈਂ ਚਾਹੁੰਦਾ ਕਿ ਅੱਜ ਮੈਂ ਹੈਗਾ, ਮੇਰੇ ਮਗਰੋਂ ਕਿਤੇ ਸਹੀ ਜਗ੍ਹਾ 'ਤੇ ਚਲੇ ਜਾਣ ਤੇ ਲੱਗ ਜਾਣ। ਇਹ ਮੇਰੀ ਖਾਸ਼ ਹੈ ਕਿ ਇਹ ਚੀਜ਼ ਸਹੀ ਪਲੇਸਾਂ 'ਤੇ ਜਾ ਕੇ ਲੱਗਣ। ਪਰ ਮੈਂ ਪਹਿਲਾਂ ਐਗਜੀਬਿਸ਼ਨ ਨਿਊਯਾਰਕ 'ਚ ਕਰਨਾ। ਇਹ ਮੈਂ ਮੋਜ਼ੇਕ ਦਾ 15-20 ਜਿਸ ਦਿਨ ਮੇਰੇ 16 ਬਣ ਗਏ ਉਸ ਦਿਨ ਮੈਂ ਨਿਊਯਾਰਕ 'ਚ ਐਗਜੀਬਿਸ਼ਨ ਲਾ ਦੇਣੀ। ਠੀਕ ਹੈ। ਮੈਂ ਬਣਾਈ ਜਾ ਰਿਹਾ, ਪ੍ਰੋਸੈਸ ਇਹਦਾ ਲੰਮਾ ਹੈ, ਪਰ ਜਿਗਰਾ ਰੱਖਣਾ ਪਊ ਕੰਮ ਵਾਸਤੇ। ਬਿਲਕੁਲ ਬਿਲਕੁਲ। ਇਹ ਨਹੀਂ ਤੁਸੀਂ ਐ ਕਰ, ਇਹ ਪੇਂਟਿੰਗ ਨਹੀਂ ਪੋਰਟਰੇਟ ਬਣਾ ਦੋਗੇ, ਇਹ ਨਹੀਂ ਤੁਸੀਂ ਇਸ ਤਰ੍ਹਾਂ ਕਰ ਦੋ, ਇਹਨੂੰ ਟਾਈਮ ਜ਼ਿਆਦਾ ਵੀ ਲੱਗ ਸਕਦਾ। ਰਾਈਟ। ਇਹ ਫਿਰ ਜਿਹੜੇ ਤੁਸੀਂ ਪੀਸ ਲੈ ਕੇ ਆਉਨੇ, ਛੋਟੇ ਪੀਸ ਹੈ, ਇਹ ਵੱਖਰੇ ਰੰਗਾਂ ਦੇ ਪੀਸ ਲੈ ਕੇ ਆਉਨੇ? ਹਾਂਜੀ, ਇਹ ਜਿਹੜੇ ਹੈ ਡਿਫਰੈਂਟ ਕਲਰ ਦੇ। ਜੇ ਮੈਂ ਹੁਣ ਬਣਾਉਣਾ ਬੰਦਾ ਬਹਾਦਰ ਜੀ ਦਾ ਬਣਾਉਣਾ, ਬਲੂ ਪੋਸ਼ਾਕ ਬਣਾਉਣੀ ਹੈ, ਉਹਦੇ ਵਿੱਚ ਮੇਰੇ ਕੋਲ 9 ਕਲਰ ਬਲੂ ਮੰਗਾਏ। ਅੱਛਾ। ਡਾਰਕ ਬਲੂ, ਲਾਈਟ ਬਲੂ, ਉਹਦੇ ਕਈ ਕਲਰ ਇਫੈਕਟ। ਹੁਣ ਤੁਹਾਨੂੰ ਪਤਾ ਪੇਂਟਿੰਗ ਦੇ ਵਿੱਚ ਤੁਸੀਂ ਕਲਰ ਮਿਲਾ ਕੇ, ਵਾਈਟ ਮਿਲਾ ਕੇ ਬਲੂ, ਲਾਈਟ ਬਲੂ ਕਰ ਲਓਗੇ। ਸ਼ੀਸ਼ੇ ਨਾਲ ਸ਼ੀਸ਼ਾ ਇਹ ਬੜਾ, ਇਹ ਤੁਹਾਡੀ ਸੈਂਸ ਬੜੀ ਜ਼ਬਰਦਸਤ ਹੋਣੀ ਚਾਹੀਦੀ ਹੈ। ਕਲਰ ਜਾਂ ਤੁਸੀਂ ਲਾ ਰਹੇ ਹੋ ਉਹਨੂੰ ਢੁਕਮਾ ਹੋਊਗਾ, ਇਹ ਬਹੁਤ ਔਖਾ ਹੈ। ਢੁਕਮਾ ਲਾਉਣਾ ਬਹੁਤ ਔਖਾ ਹੈ। ਸ਼ੀਸ਼ਾ ਹੈ, ਤੁਸੀਂ ਪੇਂਟਿੰਗ ਤਾਂ ਕਰ ਨਹੀਂ ਰਹੇ, ਕਲਰ ਜ਼ਿਆਦਾ ਲਿਆ ਕੇ। ਉਹ ਫਿਰ ਜਚਿਆ ਨਾ ਤੇ ਉੱਥੇ, ਜਿਵੇਂ ਹੁਣ ਹਰਮੰਦਰ ਸਾਹਿਬ ਦੀ ਤਸਵੀਰ ਦੇ ਉੱਤੇ ਥੱਲੇ ਡਾਰਕ ਹੈ, ਉਸ ਤੋਂ ਉੱਪਰ ਥੋੜਾ ਜਿਹਾ ਲਾਈਟ ਹੈ, ਉਸ ਤੋਂ ਉੱਪਰ ਹੋਰ ਲਾਈਟ ਹੈ, ਮਤਲਬ ਉਹ ਅਸਮਾਨ ਤੱਕ ਦੀ ਜਿਹੜੀ ਇੱਕ ਗਹਿਰਾਈ ਹੈ ਉਸ ਨੂੰ ਨਾਪਣ ਵਾਸਤੇ ਵੀ ਜਿਹੜਾ ਮੈਂ ਤੁਹਾਡੀ ਉਹ ਕਿਰਤ ਦੇਖੀ ਹੈ, ਬੜਾ ਵੱਡਾ ਜਜ਼ਬਾਤ ਹੈ ਉਹਦੇ ਵਿੱਚ। ਤੇ ਜਦੋਂ ਪੇਂਟਿੰਗ ਬਣਾਉਂਦੇ ਹੋ, ਸਭ ਤੋਂ ਪਹਿਲਾਂ ਮਤਲਬ ਕੋਈ ਖਿਆਲ ਮਨ ਦੇ ਵਿੱਚ ਆਉਂਦਾ ਜਾਂ ਕੀ ਹੈ? ਹਾਂ, ਇਹ ਸਕੈਚ ਆਈਡੀਆ ਹੁੰਦਾ। ਜਿਵੇਂ ਆਸਕਰ ਅਵਾਰਡ ਬਣਾਇਆ ਉਹਦਾ ਸਕੈਚ, ਹਰਮੰਦਰ ਸਾਹਿਬ ਦਾ ਦੇਖੋ। ਹੁਣ ਮੈਨੂੰ ਉਹ ਤਾਂ ਆਪਾਂ ਨੂੰ ਪਤਾ ਹਰਮੰਦਰ ਸਾਹਿਬ ਆਪਣਾ ਜੀ, ਉਹਨੂੰ ਮਤਲਬ ਕਿ ਕਈ ਵਾਰ ਤੁਸੀਂ ਐਡਾ ਵੱਡਾ ਪ੍ਰੋਜੈਕਟ ਹੈ, ਇਹਨਾਂ ਡਿਟੇਲ ਤੁਹਾਨੂੰ ਕਿੱਥੋਂ ਮਿਲੂਗਾ ਜਦੋਂ ਬੈਠੋ। ਤੇ ਫੋਟੋਗ੍ਰਾਫ ਵੇਖ ਲਏ, ਕਈ ਫੋਟੋਗ੍ਰਾਫਾਂ 'ਚ ਵੇਖ ਕੇ ਕੀਤਾ ਮੈਂ, ਕੋਈ ਕਿਤੋਂ ਫੋਟੋਗ੍ਰਾਫ ਲੈ ਲਿਆ, ਕਿਤੋਂ ਲੈ ਲਿਆ, ਕੁਛ ਆਪਦਾ ਡਿਜ਼ਾਈਨ ਲਾ ਲਿਆ, ਇਸ ਕਰਕੇ ਉਹਨੂੰ ਬਣਾਇਆ। ਉਹ ਯਾਦ ਸਪੌਟ 'ਤੇ ਨਾ ਬੈਂਕ ਇਮੈਜੀਨੇਸ਼ਨ ਵੀ ਲਾਉਣਾ ਪੈਂਦਾ ਕਈ ਵਾਰ, ਕਈ ਚੀਜ਼ਾਂ ਇਮੈਜੀਨੇਸ਼ਨ ਨਾਲ ਬਣਾ ਦੇ ਜਾਂਦੀਆਂ। ਸੋ ਮਤਲਬ ਲਾ ਪਾ ਕੇ ਮੈਂ ਇਹ ਗੱਲ ਕਹਿਣਾ ਕਿ ਇਸ ਦੇ ਵਾਸਤੇ ਇੱਕ ਸਬਰ ਚਾਹੀਦਾ, ਔਰ ਇੱਕ ਜਿਹੜੀ ਤੁਹਾਡੀ ਕਿਰਤ ਹੈ ਉਹ ਮਤਲਬ ਲਗਭਗ ਮੈਂ ਸਮਝਾਂਗਾ ਕਿ ਮਦਰ ਟਰੇਸਾ ਦੀ ਕਿਰਤ ਜਿਹੜੀ ਆ ਉਹ ਬਿਲਕੁਲ ਹੀ ਉਹ ਤੁਹਾਡੀ ਮਤਲਬ ਆਉਣ ਵਾਲੀ ਕਿਰਤ ਜਿਹੜੀ ਆ ਉਹ ਮੰਨੀ ਜਾ ਸਕਦੀ ਹੈ ਕਿ ਇਨ ਫਿਊਚਰ ਦੇ ਵਿੱਚ ਤੁਸੀਂ ਉਹਨੂੰ ਬਣਾ ਰਹੇ ਹੋ। ਔਰ ਮੈਂ ਜਿਹੜੀ ਤੁਸੀਂ ਸਟੂਡੀਓ ਦੇ ਵਿੱਚ ਵੀ ਸਾਨੂੰ ਦਿਖਾਈ ਵੀ ਆ, ਔਰ ਉਹਦੇ ਉੱਤੇ ਜੋ ਇੱਕ ਵਰਕ ਹੋਇਆ ਹੋਇਆ, ਪਹਿਲਾਂ ਇੱਕ ਸਕੈਚ ਤਿਆਰ ਕਰਨਾ ਐਨ ਹੂਬਹੂ ਮਦਰ ਟਰੇਸਾ ਦਾ, ਔਰ ਉਸ ਤੋਂ ਬਾਅਦ ਇਹਦੇ ਉੱਤੇ ਵਰਕ ਕਰਨਾ। ਸੋ ਇਹ ਸਕੈਚ ਤਿਆਰ ਕਰਨ ਨੂੰ ਤੁਹਾਨੂੰ ਕਿੰਨਾ ਟਾਈਮ? ਸਕੈਚ ਤਾਂ ਮੇਰੇ ਲਈ ਬਸ ਐਂ ਆ ਜੀ, ਸਕੈਚ ਤਾਂ ਮੈਂ ਜਾਂ ਤੁਸੀਂ ਜਿੰਨੇ ਵੀ ਸਕੈਚ ਵੇਖਦੇ ਹੋ, ਮੇਰਾ ਇੱਕ ਦਿਨ ਦਾ ਕੰਮ ਸਕੈਚ ਕਰਨਾ। ਅੱਛਾ। ਸਕੈਚ ਦੇ ਵਿੱਚ ਤਾਂ ਤੁਹਾਨੂੰ ਫਾਈਨ ਆਰਟ ਦੀ ਮੈਂ ਐਮਏ ਕੀਤੀ ਆ, ਪੋਰਟਰੇਟ ਬਣਾਉਣਾ, ਇਹ ਕਰਨਾ ਸਕੈਚ ਦਾ। ਇਹ ਸਕੈਚ ਤਾਂ ਕੋਈ ਗੱਲ ਹੀ ਕੋਈ ਨਹੀਂ, ਸਕੈਚ ਦਾ ਇੱਕ ਦਿਨ ਦਾ ਕੰਮ ਹੈ ਸਕੈਚ ਨੂੰ ਕਰਨਾ। ਸਕੈਚ ਦਾ ਤੁਹਾਡੇ, ਮੈਂ ਟੀਵੀ 'ਚ ਬਹਿ ਜਾਣਾ, ਕੋਈ ਇੰਟਰਵਿਊ ਦਿੰਦਾ ਹੋਵੇ, ਤੁਸੀਂ ਇੰਟਰਵਿਊ ਦਿੰਦੇ ਹੋ, ਬੈਠਾ ਵਾ ਤੁਹਾਡੀ ਇੰਟਰਵਿਊ ਟੀਵੀ 'ਤੇ ਵੇਖਦਾ, ਮੈਂ ਤੁਹਾਡੇ ਉਹਦੇ ਸਕੈਚ ਕਰ ਦੇਣੀ। ਮੈਂ ਕਈ ਕੀਤੀਆਂ ਘਰੇ। ਅੱਛਾ। ਸਕੈਚ ਮੈਂ ਤੁਸੀਂ ਬਾਅਦ 'ਚ 10-15-20 ਮਿੰਟ ਇੰਟਰਵਿਊ ਲੈਣੀ ਹੈ, ਰਾਈਟ। ਉਹਦੇ ਵਿੱਚ ਤੁਹਾਡਾ ਮੈਂ ਪੋਰਟਰੇਟ ਬਣਾ ਦੇਣਾ। ਠੀਕ ਹੈ। ਉਹ ਸਕੈਚ ਵਿੱਚ ਫਲੂਐਂਟ ਹੈ ਬਹੁਤ ਜ਼ਿਆਦਾ, ਕਿਉਂਕਿ ਕਰਦੇ ਪਰ ਇਹਦੇ ਵਿੱਚ ਅਜੇ ਹੋਰ ਫਲੂਐਂਟ ਲਿਆਉਣਾ ਪਊਗਾ ਕੰਮ ਕਰਨਾ, ਤੇ ਹੋਰ ਇਹਨੂੰ ਅੱਛਾ ਜਾਣਾ ਪਊਗਾ। ਜਿਵੇਂ
ਅੱਛੇ ਆਰਟਿਸਟਾਂ ਨੇ ਰੋਮ ਦੇ ਵਿੱਚ ਕੰਮ ਕੀਤਾ। ਜਿੱਦਣ ਤੁਸੀਂ ਮੇਰੀ ਤੇ ਆਪਣੀ ਇੰਟਰਵਿਊ ਦੇਖੋਗੇ ਉਦੋਂ ਇਕੱਠਿਆਂ ਦਾ ਸਕੈਚ ਬਣਾਵਾਂਗੇ, ਦੇਖਾਂਗੇ ਵੀ ਸਕੈਚ 'ਚ ਕਿੱਦਾਂ ਦੇ ਲੱਗਦੇ ਆ, ਹੈ ਜੀ। ਜ਼ਰੂਰ ਜੀ। ਅੱਛਾ, ਹੋਰ ਤੁਹਾਡੇ ਮੰਦਰਾਂ ਦੇ ਵਿੱਚ ਇਸ ਕਲਾ ਨੂੰ ਅੱਗੇ ਲਿਜਾਣ ਵਾਸਤੇ ਮੈਂ ਕਹਾਂਗਾ ਫਖਰ ਦੇ ਨਾਲ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ, ਹੋਰ ਕੀ ਕਦਮ ਚੁੱਕਣ ਦੀ ਤੁਹਾਡੇ ਅੰਦਰ ਜੋ ਇੱਕ ਖਾਬ ਨੇ, ਅੰਦਰ ਭਾਵਨਾਵਾਂ ਨੇ? ਮੇਰੇ ਜਿਹੜੇ ਅੰਦਰ ਰੋਲੇ ਚੱਲਦੇ ਪਏ ਆ, ਸਮਾਂ ਮੇਰੇ ਕੋਲ ਬੜਾ ਘੱਟ ਰਹਿ ਗਿਆ, ਕੰਮ ਮੇਰੇ ਕੋਲ ਬਹੁਤ ਰਿਆੜ ਸਾਹਿਬ ਜ਼ਿਆਦਾ ਹੈ। ਮੇਰੇ ਜਿਹੜੇ ਦਿਮਾਗ ਦੇ ਵਿੱਚ ਗੱਲਾਂ, ਤੁਸੀਂ ਜਿਵੇਂ ਗੱਲ ਕੀਤੀ ਮਦਰ ਟਰੇਸਾ ਨਾਲ ਮੈਂ ਬਣਾਉਣਾ, ਭਗਤ ਸਿੰਘ ਦਾ ਸਕੈਚ, ਰੀਅਲ ਭਗਤ ਸਿੰਘ ਦਾ ਜਿਹੜਾ ਰੀਅਲ ਸਕੈਚ ਜਿਹੜਾ ਜੇਲ੍ਹ ਦੇ ਵਿੱਚ ਸੋਭਾ ਸਿੰਘ ਜੀ ਨੇ ਵੀ ਬਣਾਇਆ ਜੀ, ਉਹਨਾਂ ਨੇ ਥੋੜ੍ਹਾ ਮੋਡੀਫਾਈ ਕਰਤਾ, ਪਰ ਜਿੱਦਣ ਮੈਂ ਬਣਾਉਂਗਾ ਮੈਂ ਉਹਨੂੰ ਚੇਂਜ ਨਹੀਂ ਕਰੂੰਗਾ। ਕੋਹਲੀ ਵਾਲਾ ਸਰਦਾਰ ਜਿਹੜਾ ਉਹ ਜੇਲ੍ਹ 'ਚ ਬੈਠਾ, ਜੇਲ੍ਹ 'ਚ ਮੈਂ ਬਿਲਕੁਲ ਹੂਬ ਬਣਾਉਂਗਾ। ਮੈਂ ਦਰਸ਼ਕਾਂ ਨੂੰ ਕਹੂੰਗਾ ਜ਼ਰੂਰ ਇਹ ਤੁਸੀਂ ਵੇਖਿਓ ਕਿ ਉਸ ਨੂੰ ਮੈਂ ਜੰਦ ਜਾਨ ਨਾਲ ਬਣਾਉਣ ਦੀ ਕੋਸ਼ਿਸ਼ ਕਰਨਾ ਭਗਤ ਸਿੰਘ ਦੀ, ਉਹਦਾ ਕਰੈਕਟਰ ਨਹੀਂ ਚੇਂਜ ਕਰਨਾ। ਆਰਟਿਸਟ ਕਈ ਵਾਰ ਕਰ ਦਿੰਦੇ ਆ, ਹਾਂਜੀ, ਰੀਅਲ ਵਿੱਚ ਜੂੜੇ ਦੇ ਵਿੱਚ ਮੈਂ ਕਲੈਕਸ਼ਨ ਕੀਤੀਆਂ ਫੋਟੋਆਂ, ਉਹ ਬਣਾਉਂਦਾ ਰਹਿੰਦਾ ਮੇਰਾ ਹੈਗਾ। ਬਾਕੀ ਇੱਕ ਮੈਂ ਬੰਦਾ ਬਹਾਦਰ ਆਪਣਾ ਦੋ ਛੋਟੇ ਸਾਹਿਬਜ਼ਾਦੇ ਜੀ, ਕਿ ਆਪਾਂ ਸਿੱਖੀ ਦੀ ਗੱਲਾਂ ਕਰਦੇ ਹਾਂ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਾਹਮਣੇ ਮਿਸਾਲਾਂ ਆਪਣੇ ਹੈਗੀਆਂ, ਵੇਖੋ, ਰਾਈਟ, ਛੋਟੇ ਸਾਹਿਬਜ਼ਾਦੇ ਚਿਣ ਦਿੱਤੇ। ਤੇ ਮੈਂ ਤੁਹਾਡੇ ਭਰਾਵਾਂ ਨੂੰ ਕਹੂੰਗਾ, ਸਾਡੀ ਕੌਮ ਨੂੰ ਅਸੀਂ ਸਿੱਖ ਕਹਾਉਂਦੇ ਆ, ਬਸ ਮਹਾਰਾਜ ਨੇ ਸਭ ਕੁਝ ਦਿੱਤਾ, ਮੈਂ ਮਹਾਰਾਜ ਨੂੰ ਕਹਿੰਦਾ ਹੁਣ ਲੱਤ ਜਿਹੜੀ ਖਿੱਚਦੇ ਆ ਨਾ, ਇਹ ਕਾਹਤੋਂ ਦਿੱਤੀ ਸਾਨੂੰ? ਆਪਦੇ ਭਾਈਆਂ ਦੀ। ਸਾਡੇ ਵਿੱਚ ਇੰਨੀਆਂ ਦਲੇਰੀਆਂ, ਗੁਰੂਆਂ ਘਰ 'ਚ ਇੰਨੀਆਂ ਸੇਵਾਵਾਂ ਕਰਦੇ ਆ, ਇੰਨਾ ਕਰਦੇ ਆ, ਆਪਦੇ ਭਰਾਵਾਂ ਦੀ ਲੱਤਾਂ ਕਾਹਤੋਂ ਖਿੱਚਦੇ ਆ? ਇਹ ਨਾ ਕਰੋ। ਬਿਲਕੁਲ, ਸਿੱਖ ਤਾਂ ਤੁਸੀਂ ਉਦੋਂ ਹੀ ਕਹਾਓਗੇ ਜਦੋਂ ਆਪਦੇ ਸਿੱਖ ਭਰਾ ਦੀ ਹੈਲਪ ਕਰੋਗੇ। ਅਜੇ ਸਿੱਖਾਂ ਨੂੰ ਵੀ ਪੂਰੇ ਸਿੱਖ ਬਣਨ ਦੀ ਲੋੜ ਹੈਗੀ। ਪਹਿਰਾਵਾ ਠੀਕ ਅੱਛਾ, ਮੈਂ ਪਹਿਰਾਵੇ ਤੋਂ ਬਗੈਰ ਹੀ ਹਾਂ, ਰਾਈਟ, ਮੈਂ ਇੰਨਾ ਹੱਕ ਨਹੀਂ ਰੱਖਦਾ, ਪਰ ਮੈਂ ਇਹ ਜ਼ਰੂਰ ਕਹੂੰਗਾ ਆਪਦੀ ਕੌਮ ਨੂੰ, ਜੇ ਤਗੜੇ ਹੋਣਾ, ਕੌਮ ਨੂੰ ਤਗੜੇ ਕਰਨਾ, ਤੇ ਆਪਦੇ ਭਰਾਵਾਂ ਦੇ ਨਾਲ ਸਾਥ ਦਿਓ, ਪੈਰ ਨਾ ਖਿੱਚੋ। ਜੇ ਨਹੀਂ ਕਰ ਸਕਦੇ ਚੁੱਪ ਰਹੋ, ਫਿਰ ਵੀ ਬਹੁਤ ਵਧੀਆ। ਰਾਈਟ। ਸੰਧੂ ਸਾਹਿਬ, ਅਖੀਰ ਦੇ ਵਿੱਚ ਕਲਾ ਦੀ ਕਦਰਦਾਨਾਂ ਨੂੰ, ਇਸ ਕਲਾ ਦੀ ਕਦਰਦਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ ਜੀ, ਕਲਾ ਦੇ ਵਿੱਚ, ਕਲਾ ਜ਼ਿੰਦਗੀ ਹੈ ਜੀ, ਕਲਾ ਦੇ ਵਿੱਚ ਤੁਹਾਡੀ ਲਾਈਫ ਹੈ ਜੀ। ਤੁਹਾਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਪੈਸੇ ਦੀ ਭੁੱਖ ਨਹੀਂ ਰਹੂਗੀ। ਕੰਮ ਕਰੋਗੇ, ਜਿਸ ਕਲਾ 'ਚ ਖੁੱਭ ਜਾਓਗੇ, ਤੁਹਾਨੂੰ ਪੈਸੇ ਦੀ ਨਹੀਂ ਰਹਿਣੀ ਜੀ। ਤਮੰਨਾ ਬਿਲਕੁਲ ਨਹੀਂ ਰਹੂਗੀ, ਘਟ ਜੂਗੀ ਤੁਹਾਡੀ ਤਮੰਨਾ। ਇਹ ਰਹਿੰਦੀ ਹੈ, ਸਾਡੇ ਤਾਂ ਇਹ ਭੁੱਖ ਹੀ ਰਹਿੰਦੀ ਹੈ ਮਨ ਦੇ ਵਿੱਚ, ਕੁਝ ਕਰੀਏ। ਤੁਸੀਂ ਕਹਿੰਦੇ ਹੋ ਮੇਰੇ ਦਿਲ ਦੇ ਵਿੱਚ ਮੈਂ ਇਹ ਸਾਰਾ ਕੰਮ ਕਰਾਂ, ਮੈਂ ਟੂ ਲੇਟ, ਮੈਂ ਮੁਜ਼ਿਕ ਪਹਿਲਾਂ ਕਿਉਂ ਨਾ ਸ਼ੌਕ ਕਰ ਲਿਆ, ਕਿਉਂਕਿ ਉਹ ਚੀਜ਼ਾਂ ਅਵੇਲੇਬਲ ਹੈ ਨਹੀਂ ਇੰਡੀਆ 'ਚ। ਰਿਆੜ ਸਾਹਿਬ ਵੀ ਬਹੁਤ ਮਹਿੰਗਾ ਸੌਦਾ ਹੈ, ਇਹ $1000 ਦੀ ਤਾਂ ਟੇਲਾਂ ਹੀ ਲੱਗ ਗਈਆਂ ਹਰਿਮੰਦਰ ਸਾਹਿਬ ਦੇ ਉੱਤੇ। ਪਰ ਆਈ ਨੋ ਕੇਅਰ, ਮੈਨੂੰ ਤਾਂ ਇੰਨਾ ਸ਼ੌਕ ਕਿ ਮੈਂ ਘਰੇ ਆ ਕੇ ਵੇਖੋ ਕਿੰਨਾ ਸ਼ੀਸ਼ਾ ਲੈ ਕੇ ਭਰਿਆ ਪਿਆ ਮੇਰਾ। ਪਰ ਉਹ ਕਿਵੇਂ ਸੋਚਦਾ ਹੁੰਦਾ ਮੈਂ, ਉਹ ਤੂੰ ਇਹਨਾਂ ਭਰੀ ਜਾਂਦਾ, ਤੂੰ ਕਰ ਜਾਏਗਾ ਇਹਨੂੰ, ਇੱਥੋਂ ਨਹੀਂ ਹੋਣਾ, ਇਹਨਾਂ ਸ਼ੀਸ਼ੇ ਭਰੀ ਜਾਂਦਾ, ਇੱਥੋਂ ਨਹੀਂ ਕੰਮ ਪੂਰਾ ਹੋਣਾ ਜੋ ਮੈਂ ਕਰਨਾ ਚਾਹੁੰਦਾ। ਰਾਈਟ। ਜਦੋਂ ਮੈਂ ਕਹਾਂਗਾ ਹੁਣ ਤੇ ਉਂਗਲਾਂ ਦੇ ਵਿੱਚ ਤੇ ਪੋਟਿਆਂ ਦੇ ਵਿੱਚ ਵੀ ਸ਼ੀਸ਼ਾ ਰੜਕ ਰਿਹਾ ਪੂਰਾ ਹੈ। ਰੜਕੀ ਜਾਣਦਾ, ਉਹਨੇ ਆਪਦਾ ਕੰਮ ਕਰਨਾ, ਸੀ ਆਪਦਾ ਕੰਮ ਕਰਨਾ, ਸ਼ੀਸ਼ੇ ਨੇ ਆਪਦਾ ਕੰਮ ਕਰਨਾ। ਜੇ ਸ਼ੀਸ਼ੇ ਦੇ ਰੜਕਣ ਨੂੰ ਮੈਂ ਸੋਚਣ ਲੱਗ ਪਿਆ, ਫਿਰ ਮੈਂ ਕਿੱਥੇ ਕਰਨਾ? ਮੈਂ ਤਾਂ ਆਪਦਾ ਕੰਮ ਕਰਨਾ। ਜੇ ਮੈਂ ਚਾਹੁੰਦਾ ਮਹਾਰਾਜ ਮੈਨੂੰ ਥੋੜ੍ਹੀ ਤਾਕਤ ਦੇਵੇ, ਮੈਂ ਉਹ ਕਰ ਜਾਵਾਂ ਜਾਂਦਾ। ਰਾਈਟ। ਸੰਧੂ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਵਕਤ ਦੇ ਵਿੱਚੋਂ ਸਮਾਂ ਕੱਢ ਕੇ, ਔਰ ਮੈਂ ਕਹਾਂਗਾ ਕਿ ਤੁਸੀਂ ਸਾਡੇ ਕੋਲ ਪੰਜਾਬੀਆਂ ਦੇ ਹੀਰੇ ਹੋ। ਔਰ ਜਿੱਥੇ ਮੈਂ ਫਿਰ ਇੱਕ ਗੱਲ ਕਹਾਂਗਾ ਕਿ ਜੋ ਤੁਹਾਡੇ 'ਚ ਕਲਾ ਹੈ, ਜੋ ਤੁਹਾਡੇ 'ਚ ਜਜ਼ਬਾ ਹੈ, ਜੋ ਤੁਹਾਡੇ 'ਚ ਸ਼ਰਧਾ ਹੈ, ਔਰ ਜੋ ਸਿੱਖ ਵਿਰਾਸਤ ਨੂੰ ਵੀ ਇਸ ਕਲਾ ਰਾਹੀਂ ਸਾਂਭਣ ਦੀ ਸ਼ਰਧਾ ਹੈ, ਔਰ ਮੈਂ ਕਹਾਂਗਾ ਮੇਰੇ ਸਾਰੇ ਦੇ ਸਾਰੇ ਅਲਫਾਜ਼ ਤੁਹਾਡੀ ਸ਼ਖਸੀਅਤ ਦੇ ਸਾਹਮਣੇ ਬਾਉਣੇ ਨੇ। ਔਰ ਮੈਂ ਤੁਹਾਡਾ ਤਹਿ ਦਿਲੋਂ ਰਿਣੀ ਹੈ ਕਿ ਤੁਸੀਂ ਵਕਤ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਬਹੁਤ ਤੁਹਾਡਾ ਧੰਨਵਾਦ। ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਨਾ, ਉਹਨਾਂ ਨੇ ਟਾਈਮ ਕੱਢਿਆ ਇਹਨਾਂ ਇਸ ਨਿਮਾਣੇ ਦਾ ਪ੍ਰੋਗਰਾਮ ਦੇਖਣ ਵਾਸਤੇ। ਮੈਂ ਪਹਿਲਾਂ ਵੀ ਇੱਕ ਵਾਰ ਆਇਆ, ਉਦੋਂ ਤਾਂ ਮੈਨੂੰ ਇੰਨਾ ਪਤਾ ਨਹੀਂ ਸੀ, ਸਿੱਧਾ ਹੀ ਤੁਸੀਂ ਆ ਕੇ ਘਰੇ ਸ਼ੂਟ ਕਰ ਦਿੱਤਾ। ਮੈਂ ਕੀ ਕਹਿਣਾ ਕੀ ਨਹੀਂ ਕਹਿਣਾ ਜੀ। ਤੇ ਕਹਿਣਾ ਕਿ ਕਲਾ ਦਾ ਕੰਮ ਕਰਨਾ, ਜਿੰਨਾ ਚਿਰ ਮਰਜ਼ੀ ਬੋਲੀ ਜਾਓ, ਕੰਮ ਆਪਦੀ ਲਾਈਨ ਵਿੱਚ ਤਾਂ ਤੁਸੀਂ ਜੋ ਕਹੀ ਜਾਓ। ਕਿ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਸਿੱਖ ਕੌਮ ਦੀ ਮੈਂ ਗੱਲ ਸੁਣਦਾ ਹੁੰਦਾ ਕਿ ਉਹ ਕਹਿੰਦੇ 50 ਸਾਲ ਬਾਅਦ ਸਿੱਖ, ਇਹ ਗੱਲ ਮੈਨੂੰ ਬੜੀ ਹਾਰਡ ਵਿੱਚ ਚੁੱਭੀ ਹੈ ਥੋੜ੍ਹੀ ਜਿਹੀ, ਕਿ ਇਹ ਆਪਾਂ ਗੱਲਾਂ ਕਰਦੇ ਹਾਂ ਕਿ ਕੌਮ ਥੋੜ੍ਹੀ ਜਿਹੀ ਖਿਲਰ ਖਜੂਗੀ, ਰਹੂਗੀ ਸਿੱਖੀ। ਮੈਂ ਫਿਰ ਇਹੀ ਸੋਚਿਆ, ਹਰਜੀਤ ਸਾਹਿਬ ਤੂੰ ਇਹੀ ਕੰਮ ਕਰ, ਬਣਾ ਕੇ ਸ਼ੀਸ਼ੇ 'ਚ ਲਾ,
ਬੱਚੇ ਗਾਂ ਜੇ ਜਾਂਦੀ ਵੀ ਹੋਈ ਤੇ ਬੱਚੇ ਕੁਐਸਚਨ ਤਾਂ ਕਰਨਗੇ ਨਾ, ਵੇਖ ਕੇ ਕੰਧ ਤੇ। ਬਿਲਕੁਲ ਬਿਲਕੁਲ ਸਿੱਖੀ ਨੂੰ ਜਾਗਰਤ ਕਰਨ ਵਾਸਤੇ ਇਸ ਕਰਕੇ ਮੈਂ ਇਹਦੇ ਤੇ ਆ ਕਿ ਮੈਂ ਜਿੰਨੀਆਂ ਵੱਧ ਤੋਂ ਵੱਧ ਕੰਧਾਂ 'ਚ ਲੱਗ ਜਾਣ, ਲੋਕੀ ਫਿਰ ਕੁਐਸਚਨ ਕਰਨ, ਸਿੱਖੀ ਜਾ ਨਹੀਂ ਸਕਦੀ। ਬਿਲਕੁਲ ਬਿਲਕੁਲ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਮਾਣਿਆ, ਅੱਜ ਦੇ ਪ੍ਰੋਗਰਾਮ ਨੂੰ, ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਦੇਖਿਆ। ਤੁਹਾਡੇ ਇਸ ਪ੍ਰੋਗਰਾਮ ਦੇ ਸੰਬੰਧੀ ਕੀ ਵਿਚਾਰ ਨੇ, ਔਰ ਸਾਡੇ ਪ੍ਰੋਗਰਾਮ ਸੰਬੰਧੀ ਹੋਰ ਕੋਈ ਵੀ ਸੁਝਾਅ ਜਾਂ ਸਵਾਲ ਹੋਣ, ਉਹ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ riyad@justbroadcasting.com। ਵਨਸ ਅਗੇਨ riyad@justbroadcasting.com। ਅਗਲੇ ਹਫਤੇ ਫੇਰ ਲੈ ਕੇ ਪ੍ਰੋਗਰਾਮ ਵਾਦ ਸੰਵਾਦ ਮਿਲਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਇਜਾਜ਼ਤ ਦਿਓ, ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ। ਸੋ ਨਿਹਾਲ